ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਦੇਖ ਰਹੇ ਹੋ ਜੀ ਲਿਵਿੰਗ ਇੰਡੀਆ ਨਿਊਜ਼ ਤੇ ਮੈਂ ਮਨਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ। ਉਮੀਦ ਕਰਦੀ ਹਾਂ ਸਾਰੇ ਚੜ੍ਹਦੀ ਕਲਾ ਚ ਹੋਣਗੇ। ਸੋ ਤੁਹਾਡੀ ਖਿਦਮਤ ਚ ਰੋਜ਼ ਇਸ ਵੇਲੇ ਵੀਜ਼ਾ ਲਾਈਵ ਸ਼ੋਅ ਲੈ ਕੇ ਹਾਜ਼ਰ ਹੁੰਨੇ ਆ। ਤੁਹਾਡੇ ਮਨ ਜੋ ਵੀ ਸਵਾਲ ਨੇ ਵਿਦੇਸ਼ੀ ਮੁਲਕਾਂ ਨੂੰ ਜਾਣ ਨੂੰ ਲੈ ਕੇ ਸੋ ਡਿਸਕਸ ਕਰਦੇ ਹੁੰਨੇ ਆ। ਹਰ ਰੋਜ਼ ਮੇਰੇ ਨਾਲ ਖਾਸ ਮਹਿਮਾਨ ਹੁੰਦੇ ਨੇ, ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਹੁੰਦੇ ਨੇ। ਸੋ ਉਸੇ ਲੜੀ ਨੂੰ ਅੱਗੇ ਤੋਰਦੇ ਹੋ। ਤੁਸੀਂ ਦੇਖ ਰਹੇ ਹੋ ਮੇਰੇ ਨਾਲ ਸਕਰੀਨ ਤੇ ਨੇ ਜੀ ਬੈਂਚਮਾਰਕ ਅਬਰੋਡ ਤੋਂ ਮਿਸਟਰ ਪਰਮਪ੍ਰੀਤ ਜੀ। ਸਵਾਗਤ ਕਰ ਲੈਣੇ ਆ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ? ਜੀ ਬਹੁਤ ਵਧੀਆ, ਤੁਸੀਂ ਦੱਸੋ? ਆਲ ਵੈਲ ਜੀ, ਸਭ ਵਧੀਆ। ਜਦੋਂ ਵੀਜ਼ੇ ਆਉਂਦੇ ਹੁਣ ਬੰਦਾ ਚੜ੍ਹਦੀਆਂ ਕਲਾ 'ਚ ਹੀ ਹੁੰਦਾ ਹੈ। ਬਿਲਕੁਲ ਜੀ, ਬਿਲਕੁਲ। ਸੋ ਬੜਾ ਵਧੀਆ ਲੱਗਦਾ ਜਦੋਂ ਕੰਸਲਟੈਂਟ ਇਸ ਮੰਚ ਦੇ ਉੱਤੇ ਆ ਕੇ ਕਹਿੰਦੇ ਆ ਵੀ ਬਹੁਤ ਹੁੰਗਾਰਾ ਮਿਲ ਰਿਹਾ, ਬਹੁਤ ਅੱਛਾ ਰਿਸਪੌਂਸ ਆ ਰਿਹਾ। ਤੇ ਫਿਲਹਾਲ ਦਰਸ਼ਕਾਂ ਨੂੰ ਦੱਸ ਦਈਏ ਵੀ USA ਜਾਣ ਨੂੰ ਲੈ ਕੇ ਮਨ 'ਚ ਕੋਈ ਵੀ ਸਵਾਲ ਹੈ ਜ਼ਰੂਰ ਡਿਸਕਸ ਕਰਿਓ। ਇਸ ਤੋਂ ਇਲਾਵਾ ਕੈਨੇਡਾ ਜਾਣ ਨੂੰ ਲੈ ਕੇ ਕੋਈ ਵੀ ਸਵਾਲ ਹੈ ਜ਼ਰੂਰ ਡਿਸਕਸ ਕਰਿਓ। ਤੇ ਇੱਕ ਗੱਲ ਹੋਰ ਅੰਡਰਲਾਈਨ ਕਰ ਲਿਓ, ਬਾਰ-ਬਾਰ ਕਹਿ ਰਹੀ ਹਾਂ, ਕਿਰਪਾ ਕਰਕੇ ਸਟੱਡੀ ਵੀਜ਼ਾ ਨਾਲ ਜੁੜਿਆ ਹੋਇਆ ਜਿਹੜਾ ਸਵਾਲ ਕਰਨਾ ਚਾਹੁੰਦੇ ਨੇ ਉਹੀ ਦਰਸ਼ਕ ਸਾਨੂੰ ਪਹਿਲੀਆਂ ਦੇ ਵਿੱਚ ਕਾਲ ਕਰਨ, ਕਿਉਂਕਿ ਸਿਰਫ ਤੇ ਸਿਰਫ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਜਿਹੜਾ ਸ਼ੋਅ ਹੈ ਅੱਜ ਦਾ ਲੈ ਕੇ ਆਏ। ਸੋ ਕੈਨੇਡਾ ਤੋਂ ਸ਼ੁਰੂਆਤ ਕਰ ਲੈਂਦੇ ਹਾਂ। ਜੈਨ ਇਨਟੇਕ ਬੜਾ ਨੇੜੇ ਆ ਚੁੱਕਿਆ ਹੈ। ਅਪਕਮਿੰਗ ਇਨਟੇਕ ਜੈਨ ਇਨਟੇਕ ਹੀ ਹੈਗਾ। ਦੇਖੋ ਕਾਫੀ ਕਾਲਜਸ ਜਿੱਦਾਂ ਕਿਊਬੈਕ ਦੇ ਵਿੱਚ ਹੈਗੇ ਨੇ, ਉਹਨਾਂ ਦੇ ਹਰ ਮੰਥ ਰੋਲਿੰਗ ਇਨਟੇਕਸ ਹੁੰਦੇ ਨੇ। ਇੱਕ ਆਲਟਰਨੇਟ ਮੰਥ ਦੇ ਵਿੱਚ ਜਿੱਦਾਂ ਕਿ ਆਪਾਂ ਗੱਲ ਕਰੀਏ ਤਾਂ ਸੈਪਟੰਬਰ, ਉਸ ਤੋਂ ਬਾਅਦ ਨਵੰਬਰ, ਉਸ ਤੋਂ ਬਾਅਦ ਜਨਵਰੀ, ਦੈਨ ਮਾਰਚ। ਕਾਫੀ ਕਾਲਜਸ ਹੋਰ ਵੀ ਨੇ ਇਸ ਕੈਟਾਗਰੀ 'ਚ ਆਏ ਜਿਹੜੇ ਕਿ ਹੁਣ ਜਿੱਦਾਂ ਜਨਵਰੀ ਦੇ ਨਾਲ ਜਿਹੜਾ ਆ ਉਹ ਮਾਰਚ ਦਾ ਵੀ ਇਨਟੇਕ ਦੇ ਰਹੇ ਨੇ। ਠੀਕ ਹੈ। ਸੋ ਤੇ ਬਟ ਜਨਵਰੀ ਦੇ ਵਿੱਚ ਕਿਉਂਕਿ ਕਾਫੀ ਸਾਰਾ ਪਿੱਛੇ ਡਿਲੇ ਚੱਲਿਆ, ਜਦੋਂ ਆਪਾਂ ਗੱਲ ਕਰੀਏ ਵੀਜ਼ਾਸ ਅਪਲਾਈ ਕੀਤੇ ਹੋਏ ਬੱਚਿਆਂ ਨੇ, ਕਿਊਬੈਕ ਦੇ ਕਾਫੀ ਕਾਲਜਸ ਵਿੱਚ ਉਹਦੇ ਵਿੱਚ ਚਲੇ ਗਏ ਆਡਿਟ ਦੇ ਵਿੱਚ। ਉਹਦੇ ਕਰਕੇ ਜਿਹੜੇ ਜੂਨ 2020 ਦੇ ਵਿੱਚ ਜਿਹੜੇ ਵੀਜ਼ੇ ਅਪਲਾਈ ਹੋਏ ਸੀ ਉਹਨਾਂ ਦੇ ਰਿਜ਼ਲਟਸ ਹੁਣ ਆ ਰਹੇ ਨੇ, ਕਾਫੀ ਪੋਜ਼ਿਟਿਵ ਰਿਜ਼ਲਟਸ ਵੀ ਆ ਰਹੇ ਨੇ। ਸੋ ਜਿਹੜੇ ਬੱਚੇ ਇੰਨੀ ਦੇਰ ਤੋਂ ਵੇਟ ਕਰ ਰਹੇ ਸੀ ਉਹਨਾਂ ਦੀ ਪੇਸ਼ੈਂਸ ਨੂੰ ਕਿਤੇ ਨਾ ਕਿਤੇ ਫਲ ਮਿਲ ਰਿਹਾ ਆ, ਉਹਨਾਂ ਦਾ ਸੁਪਨਾ ਪੂਰਾ ਹੋ ਰਿਹਾ। ਬਿਲਕੁਲ ਜੀ, ਪਰਖਿਆ ਗਿਆ ਹੈ। ਨਾਲ ਨਾਲ ਸਾਡੀ ਕੰਸਲਟੈਂਟਸ ਦੀ ਜਿਹੜੀ ਪੇਸ਼ੈਂਸ ਉਹਨੂੰ ਵੀ ਪਰਖਿਆ ਗਿਆ ਆ। ਹਾਂਜੀ ਬਿਲਕੁਲ, ਕਾਫੀ ਸਾਰੇ ਬੱਚੇ ਸਾਡੇ ਤੇ ਐਲੀਗੇਸ਼ਨ ਲਗਾ ਰਹੇ ਸੀਗੇ ਕਿ ਤੁਹਾਡੇ ਕਰਕੇ ਡਿਲੇ ਹੋ ਰਿਹਾ, ਜਦ ਕਿ ਉਹ ਹਾਈ ਕਮਿਸ਼ਨ, ਇਹ ਬਹੁਤ ਸਾਰੇ ਕੰਸਲਟੈਂਟਸ ਨਾਲ ਇਦਾਂ ਹੋਇਆ ਕਿ ਬੱਚਿਆਂ ਦਾ ਐਕਚੁਅਲ 'ਚ ਪੇਸ਼ੈਂਸ ਲੈਵਲ ਨੇ, ਉਹਨਾਂ ਚੀਜ਼ਾਂ ਨੂੰ ਸਮਝਦੇ ਨਹੀਂ। ਉਹਨਾਂ ਦੇ ਪੇਰੈਂਟਸ ਨੇ ਪੈਸੇ ਕਈ ਵਾਰੀ ਕਿਤੋਂ ਉਧਾਰ ਵੀ ਫੜੇ ਹੁੰਦੇ ਨੇ। ਸੋ ਕਿਤੇ ਨਾ ਕਿਤੇ ਏਜੰਟ ਨੂੰ ਜਾਂ ਆਪਣੇ ਕੰਸਲਟੈਂਟ ਨੂੰ ਐਲੀਗੇਸ਼ਨ ਲਗਾ ਰਹੇ ਹੁੰਦੇ ਨੇ ਕਿ ਤੁਹਾਡੇ ਕਰਕੇ ਡਿਲੇ ਹੋ ਰਿਹਾ। ਬਟ ਉਹ ਹਾਈ ਕਮਿਸ਼ਨ ਵੱਲੋਂ ਡਿਲੇ ਸੀਗੇ, ਬਟ ਹੁਣ ਥੋੜਾ ਜਿਹਾ ਹੁੰਗਾਰਾ ਮਿਲਣਾ ਸ਼ੁਰੂ ਹੋਇਆ ਜਦੋਂ ਵੀਜ਼ਾਸ ਆਣੇ ਸ਼ੁਰੂ ਹੋਏ। ਲਾਸਟ ਵੀਕ ਵੀ ਸਾਡੇ 4 ਵੀਜ਼ੇ ਕੈਨੇਡਾ ਦੇ ਆਏ ਨੇ ਐਂਡ ਪਿਛਲੇ ਮਹੀਨੇ 'ਚ ਕਾਫੀ ਵੀਜ਼ੇ ਅਸੀਂ USA ਦੇ ਵੀ ਹਾਸਲ ਕੀਤੇ ਨੇ। ਸੋ ਉਮੀਦ ਕਰਦੇ ਕੁਝ ਬੱਚੇ ਰਿਫਿਊਜ਼ ਵੀ ਹੋਏ ਨੇ ਐਂਡ ਕਾਫੀ ਐਂਡ ਤੇ ਅਗਸਤ ਦੇ ਆਂਦੇ ਆਂਦੇ USA ਨੇ ਰਿਫਿਊਜ਼ਲਸ ਦੇਣੇ ਸ਼ੁਰੂ ਕੀਤੇ। ਬਟ ਅਗਲੀ ਸਟ੍ਰੈਟਜੀ ਸਾਡੀ ਜਿਹੜੀ ਹੈਗੀ ਹੈ ਉੱਤੇ ਅਸੀਂ ਉਹਨਾਂ ਦੇ ਵੀ ਵੀਜ਼ੇ ਹਾਸਲ ਕਰਾਂਗੇ, ਉਹਨਾਂ ਦੇ ਚਿਹਰਿਆਂ ਨੂੰ ਵੀ ਮੁਸਕਾਨ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ ਜੀ। ਸੋ ਨੰਬਰ ਡਿਸਪਲੇ ਹੋ ਰਿਹਾ, ਤੁਹਾਨੂੰ ਮੌਕਾ ਦੇ ਰਹੇ ਹਾਂ ਜੀ, ਲਾਈਵ ਹੈਗੇ ਆ, ਕਾਲ ਕਰਕੇ ਆਪਣਾ ਸਵਾਲ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਹੋ। ਪਰਮਪ੍ਰੀਤ ਜੀ, ਫਿਲਹਾਲ ਦੇ ਦਿਨਾਂ ਦੀ ਗੱਲ ਕਰੀਏ, ਜੋ ਵੀ ਹਾਲਾਤ ਰਹੇ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਵਿਦਿਆਰਥੀ ਨੇ, ਕਿਹੜੀ ਪ੍ਰੋਫਾਈਲ ਵਾਲਾ ਵਿਦਿਆਰਥੀ ਹੈ ਜਿਹੜਾ USA ਵੱਲ ਨੂੰ ਰੁਝਾਨ ਕਰੇ ਤੇ ਕਿਹੜੀ ਪ੍ਰੋਫਾਈਲ ਹੈ ਜਿਹਨੂੰ ਅੱਖਾਂ ਬੰਦ ਕਰਕੇ ਕੈਨੇਡਾ ਵੱਲ ਨੂੰ ਰੁਝਾਨ ਕਰਨਾ? ਦੇਖੋ, ਅੱਜ ਮੈਂ ਤੁਸੀਂ ਚੰਗਾ ਇੱਕ ਕੁਐਸਚਨ ਪੁੱਛਿਆ। ਮੈਂ ਤੁਹਾਨੂੰ ਇੱਕ ਗੱਲ ਬੜੀ ਕਲੀਅਰ ਕਰਨਾ ਚਾਹੁੰਦਾ, ਬਹੁਤ ਮਿਸਲੀਡਿੰਗ ਐਡਸ ਚੱਲ ਰਹੀਆਂ ਨੇ ਮਾਰਕੀਟ ਦੇ ਵਿੱਚ। ਅਗਰ ਤੁਹਾਡੇ ਆਈਲਟਸ 'ਚ 5.5 ਬੈਂਡ ਨੇ ਜਾਂ 2 'ਚ 5.5 ਬੈਂਡ ਨੇ, ਉਹ ਕੈਨੇਡਾ ਅਪਲਾਈ ਕਰੋ, ਹਰਗਿਜ਼ ਨਾ ਕਰੋ। ਅਗਰ ਇੱਕ ਮੋਡਿਊਲ 'ਚ 5 ਨੇ, 2 'ਚ 5.5 ਨੇ, ਜਾਂ ਭਾਵੇਂ 2 ਮੋਡਿਊਲ 'ਚ ਤੁਹਾਡੇ 6.5 ਵੀ ਹੋਣ, ਬਟ ਅਗਰ 2 'ਚ 5.5 ਨੇ, ਕੈਨੇਡਾ ਅਪਲਾਈ ਨਾ ਕਰੋ। ਇਦਾਂ ਦਾ ਬੱਚਾ ਜਿਹੜਾ ਰੁੱਖ ਕਰ ਸਕਦਾ ਆਸਟ੍ਰੇਲੀਆ ਦਾ ਕਰ ਸਕਦਾ, ਪਰ ਆਸਟ੍ਰੇਲੀਆ ਦੇ ਬਾਰਡਰਸ ਹਲੇ ਬੰਦ ਨੇ। ਆਉਣ ਵਾਲੇ 6-8 ਮਹੀਨੇ 'ਚ ਸ਼ਾਇਦ ਉੱਥੋਂ ਖੁਸ਼ਖਬਰੀ ਆਵੇ, ਉਹ ਖੁੱਲਣ। ਅਸੀਂ ਵੀ ਸ਼ਾਇਦ ਅਗਲੇ ਸ਼ੋਜ਼ ਜਿਹੜੇ ਆਸਟ੍ਰੇਲੀਆ ਨੂੰ ਲੈ ਕੇ ਕਰੀਏ, ਬੱਚਿਆਂ ਨੂੰ ਜਾਣਕਾਰੀ ਆਸਟ੍ਰੇਲੀਆ ਨੂੰ ਲੈ ਕੇ ਵੰਡੀਏ। ਸੋ ਇੱਕ ਮੁਲਕ ਵਕਤ ਦਾ ਆ ਜਿਹੜਾ ਹਾਈ ਲੈਵਲ, ਜਿਹੜਾ ਕਿ ਅਸੀਂ ਬਹੁਤ ਸਾਲਾਂ ਤੋਂ ਕਰਦੇ ਆ ਰਹੇ ਹਾਂ, USA। ਸੋ ਜਿਹੜਾ ਦੇ ਬੱਚਿਆਂ ਦੇ 2 'ਚ 5.5 ਨੇ, ਬਾਰ-ਬਾਰ ਆਇਲਟਸ ਦੇਣ ਦੇ ਬਾਵਜੂਦ ਜਿਹੜਾ ਆ ਆਇਲਟਸ ਦਾ ਜਿਹੜਾ ਕਲੀਅਰ ਮੈਂਡੇਟ ਨਹੀਂ ਉਹਨਾਂ ਨੂੰ ਮਿਲ ਪਾ ਰਿਹਾ ਕਿ 6 ਚ ਵਾਲਾ ਜਾਂ 1 ਚ 5.5 ਫਿਰ ਵੀ ਅਪਲਾਈ ਕਰ ਸਕਦਾ ਕੈਨੇਡਾ ਵਾਸਤੇ ਅਗਰ 1 ਚ 5.5 ਹੈ। ਬਟ ਅਗਰ ਤੁਹਾਡੇ 1 ਚ 5 ਰਹਿ ਗਏ ਨੇ, ਭਾਵੇਂ ਸਾਰਿਆਂ 'ਚ 6 ਆ ਗਏ ਨੇ, ਭਾਵੇਂ 2 ਚ 5.5 ਰਹਿ ਗਏ, ਤੇ ਸਿੱਧਾ USA ਨੂੰ ਅਪਲਾਈ ਕਰੋ। ਤੁਹਾਨੂੰ ਅੱਛੀਆਂ ਯੂਨੀਵਰਸਿਟੀਜ਼ ਮਿਲ ਸਕਦੀਆਂ ਨੇ, ਸਟੇਟ ਯੂਨੀਵਰਸਿਟੀਜ਼ ਮਿਲ ਸਕਦੀਆਂ ਨੇ, ਸਕਾਲਰਸ਼ਿਪਸ ਮਿਲ ਸਕਦੀਆਂ ਜੇ ਤੁਹਾਡਾ ਕੰਸਲਟੈਂਟ ਕੋਈ ਚੰਗਾ ਹੈ। ਮੈਂ ਆਪਣੀ ਤਾਰੀਫ ਨਹੀਂ ਕਰਾਂਗਾ, ਪਰ ਸਾਡੇ ਕੋਲ ਤੁਸੀਂ ਆ ਕੇ ਦੇਖੋ, ਜਿਹੜੇ ਬੱਚੇ ਇਦਾਂ ਦੇ ਪ੍ਰੋਫਾਈਲ ਵਾਲੇ ਨੇ ਉਹਨਾਂ ਨੂੰ ਅਸੀਂ ਰੂਟੀਨ 'ਚ ਸਕਾਲਰਸ਼ਿਪਸ ਲੈ ਕੇ ਦੇ ਰਹੇ ਹਾਂ। ਤੁਹਾਡੇ ਐਕਸਪੀਰੀਅੰਸ, ਤੁਹਾਡੇ ਤਜਰਬੇ ਤੋਂ ਹੀ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹੂੰਗੀ, ਕਿਉਂਕਿ ਤਕਰੀਬਨ 2 ਦਹਾਕਿਆਂ ਤੋਂ ਤੁਸੀਂ USA ਨੂੰ ਪ੍ਰਮੋਟ ਕਰ ਰਹੇ ਹੋ। ਜਦੋਂ ਕੋਈ ਵੀ ਨਹੀਂ ਸੀ ਕਰ ਰਿਹਾ, ਤੁਸੀਂ ਉਦੋਂ ਵੀ USA ਕਰ ਰਹੇ ਸੀ, ਤੁਸੀਂ ਅੱਜ ਦੀ ਤਰੀਕ 'ਚ ਵੀ ਕਰ ਰਹੇ ਹੋ। ਜ਼ਿਆਦਾਤਰ ਕਾਮਨ ਜਿਹੜੀ ਕੁਐਰੀ ਆ ਵਿਦਿਆਰਥੀਆਂ ਦੇ ਮਨ 'ਚ ਕੀ ਹੈਗੀ ਹੈ, ਕਿਹੜੀ ਐਕਟਿਵ ਕੁਐਰੀ ਹੈਗੀ ਹੈ? ਦੇਖੋ, ਕੁਐਰੀਜ਼ ਰੂਟੀਨ 'ਚ ਆਉਂਦੀਆਂ ਨੇ। ਜਦੋਂ ਅਸੀਂ ਕਿਸੇ ਚੀਜ਼ ਨੂੰ ਐਕਟਿਵਲੀ ਪ੍ਰਮੋਟ ਕਰਦੇ ਹਾਂ, ਵੀਜ਼ਾਸ ਅਸੀਂ ਆਪਣੇ ਜਿਹੜੇ ਆ ਉਹ ਪੇਜ ਤੇ ਪਾਉਂਦੇ ਹਾਂ, ਸਾਨੂੰ ਬਹੁਤ ਸਾਰੀਆਂ ਇੰਸਟਾ ਤੋਂ, YouTube ਤੋਂ ਵੀ ਕੁਐਰੀਜ਼ ਆਉਂਦੀਆਂ ਨੇ।
ਜਿਹੜੇ ਰੂਟੀਨ 'ਚ ਸਾਡੇ ਨਾਲ USA ਦਾ ਵੀਜ਼ੇ 'ਚ ਉਹਦਾ ਵੀ ਮੈਗਨੈਟਿਕ ਫੈਕਟਰ ਹੈ ਕਿ ਜਿਹਦਾ ਵੀਜ਼ਾ ਹੁੰਦਾ ਹੈ ਉਹ 10 ਕਲਾਇੰਟ ਨਵੇਂ ਲੈ ਕੇ ਆਉਂਦਾ ਆ। ਸੋ ਕੁਐਰੀਜ਼ ਇਹ ਹੁੰਦੀਆਂ ਨੇ ਕਈ ਵਾਰੀ ਕੀ ਹੁੰਦਾ ਕਿ ਅੱਜ ਜਿਹੜੇ ਮੈਂ ਪਿਛਲੇ ਹਫਤੇ ਦੀ ਗੱਲ ਕਰਾਂ ਤੇ ਬਹੁਤ ਇੰਟੈਲੀਜੈਂਟ ਬੱਚੇ ਬਟ ਉਹਨਾਂ ਦੇ ਪੇਰੈਂਟਸ ਦਾ ਬਜਟ ਘੱਟ, ਮੈਨੂੰ ਲੱਗੀ ਉਹ 1 ਸਾਲ ਦੀ ਫੀਸ ਤਾਂ ਪੇ ਕਰ ਸਕਦੇ ਆ ਬਟ 4 ਸਾਲ ਦੀ ਫੀਸ, ਕਿਉਂਕਿ ਕੈਨੇਡਾ ਜਾਣਾ ਹੁੰਦਾ 2 ਸਾਲ ਦੇ ਡਿਪਲੋਮੇ 'ਚ ਬੱਚੇ ਚੱਲ ਜਾਂਦੇ ਨੇ, USA ਅਸੀਂ ਕਹੀਦਾ 4 ਸਾਲ ਦੀ ਡਿਗਰੀ ਕਰਨੀ ਹੈਗੀ ਹੈ। ਸੋ ਉੱਥੇ ਬੱਚਿਆਂ ਦੇ ਵਿੱਚ ਤਾਂ ਉਤਸ਼ਾਹ ਹੁੰਦਾ ਕਿ ਅਸੀਂ ਅਮਰੀਕਾ ਅਪਲਾਈ ਕਰਨਾ, ਉਹਨਾਂ ਦਾ ਪ੍ਰੋਫਾਈਲ ਵੀ ਬਹੁਤ ਚੰਗਾ ਹੁੰਦਾ ਆ, ਬੱਚੇ ਬਹੁਤ ਇੰਟੈਲੀਜੈਂਟ ਵੀ ਲਾਸਟ ਵੀਕ 'ਚ ਮਿਲਣ ਆਏ ਜਿਨ੍ਹਾਂ ਦੀ ਪਰਸੈਂਟੇਜ 98% ਤੋਂ ਵੀ ਅਬਵ ਸੀ, ਬਟ ਪੇਰੈਂਟਸ ਦੀ ਜਿਹੜੀ ਜੇਬ ਹੈ ਕਿਤੇ ਨਾ ਕਿਤੇ ਕਈ ਵਾਰੀ ਨਹੀਂ ਅਲਾਉ ਕਰਦੀ। ਉੱਥੇ ਫਿਰ ਬੈਂਚਮਾਰਕ ਅਬਰੋਡ ਉਹਨਾਂ ਬੱਚਿਆਂ ਦੀ ਪ੍ਰੋਫਾਈਲ ਤੇ ਕੰਮ ਕਰਦਾ ਸੀ, ਉਹਨਾਂ ਤੋਂ 3-4 ਮਹੀਨੇ ਦਾ ਸਮਾਂ ਜ਼ਰੂਰ ਮੰਗਦੇ ਆ, ਅਸੀਂ ਉਹਨਾਂ ਦੀਆਂ ਸਕਾਲਰਸ਼ਿਪਸ ਕਰਵਾਉਂਦੇ ਆ। ਅੱਜ ਵੀ ਮੇਰੇ ਇੱਕ ਸਟੂਡੈਂਟ ਦੀ ਸਕਾਲਰਸ਼ਿਪ ਇਸ ਤਰੀਕੇ ਦੇ ਨਾਲ ਅਪਰੂਵ ਹੋ ਕੇ ਆਈ ਹੈ ਕਿ $5000 ਉਹਨੂੰ ਸਾਲ ਦੀ ਜਿਹੜੀ ਹੈਗੀ ਹੈ ਉਹ ਐਕੈਡੈਮਿਕ ਸਕਾਲਰਸ਼ਿਪ ਹੈ ਵੀ ਉਹਦੀ ਫੀਸ ਚੋਂ $5000 ਸਾਲ ਦਾ ਮਾਫ ਹੈ, ਐਂਡ ਉਸ ਤੋਂ ਇਲਾਵਾ $4300 ਜਿਹੜਾ ਉਹਦਾ ਹਾਊਸਿੰਗ ਦਾ ਖਰਚਾ ਵਿਦਿਨ ਦਾ ਕੈਂਪਸ ਉਹ ਉਹਨਾਂ ਨੇ ਮਾਫ ਕਰ ਦਿੱਤਾ ਹੈਗਾ। ਉਹਨੂੰ ਇੱਕ ਸਕਾਲਰਸ਼ਿਪ ਉਹ ਵੀ ਦੇ ਦਿੱਤੀ ਕਿ ਤੁਸੀਂ ਅਗਰ ਇੱਥੇ ਹੋਸਟਲ 'ਚ ਰਹਿਣਾ ਤਾਂ ਤੁਸੀਂ ਫ੍ਰੀ ਰਹਿ ਸਕਦੇ ਹੈਗੇ ਹੋ। ਸੋ ਇਦਾਂ ਦੀਆਂ ਬਥੇਰੀਆਂ ਸਕਾਲਰਸ਼ਿਪਸ ਨੇ ਜਿਹੜੀਆਂ ਕਿ ਸਾਡੀ ਟੀਮ ਕੰਮ ਕਰਦੀ ਹੈ ਐਂਡ ਅਸੀਂ ਪ੍ਰੋਵਾਈਡ ਕਰਦੇ ਹਾਂ ਉਹਨਾਂ ਬੱਚਿਆਂ ਨੂੰ ਜਿਹੜੇ ਕਿ ਵਾਕਈ ਹੀ ਉਹਨਾਂ ਸਕਾਲਰਸ਼ਿਪਸ ਦੇ ਕਾਬਿਲ ਨੇ। ਬਿਲਕੁਲ, ਸੋ ਜੇ ਹੱਕਦਾਰ ਹੈਗੇ ਹੋ, ਸਕਾਲਰਸ਼ਿਪ ਲੈਣਾ ਚਾਹੁੰਦੇ ਹੋ ਤਾਂ ਬੈਂਚਮਾਰਕ ਅਬਰੋਡ ਤੁਹਾਡੀ ਜੋ ਵੀ ਬਣਦੀ ਹੈਲਪ ਹੈ ਕਰ ਸਕਦਾ ਜੀ। ਸੋ ਦਰਸ਼ਕਾਂ ਦੀ ਕਤਾਰ ਲੱਗ ਗਈ ਹੈ, ਕਾਲਰ ਦੀ ਕਾਲ ਲਈਏ ਜੀ। ਲੋ ਜੀ, ਪਲੀਜ਼ ਬਿਲਕੁਲ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਨਾਂ ਹੈ ਜੀ? ਜਸਵੀਰ ਸਿੰਘ ਬੋਲ ਰਿਹਾ ਚੰਡੀਗੜ੍ਹ ਤੋਂ। ਕੈਨੇਡਾ ਨੂੰ ਲੈ ਕੇ ਕੁਮਾਰੀ ਸਿੱਖ। ਬਿਲਕੁਲ ਜੀ, ਦੱਸੋ ਕੀ ਜੀ। ਸਵਾਲ ਹੈ? ਹਾਂਜੀ, ਇਸ ਤਰ੍ਹਾਂ ਜਿਹੜੇ ਬੱਚੇ ਦੇ ਵੀਜ਼ੇ ਆਏ ਹੋਏ ਆ, ਸਮੈਸਟਰ ਆਨਲਾਈਨ ਇੱਕ ਪੜ੍ਹਾਈ ਵੀ ਹੋ ਚੁੱਕੀ ਹੈ, ਕਿਆ ਉਹ ਬੱਚੇ ਹੁਣ ਟਰੈਵਲ ਕਰਦੇ ਆ ਉਹਨਾਂ ਨੂੰ ਕੋਈ ਕੁਆਰੰਟਾਈਨ ਪਲਾਨ ਜਿੱਦਾਂ ਅਗਰ ਫੁੱਲ ਵੈਕਸੀਨੇਟ ਬੱਚੇ ਦੋਨੋਂ ਡੋਜ਼ ਲੱਗ ਚੁੱਕੀਆਂ, ਕੁਆਰੰਟਾਈਨ ਪਲਾਨ ਦੇਣ ਦੀ ਲੋੜ ਹੈ ਜੀ ਇੱਥੇ ਕੈਨੇਡਾ ਵਾਸਤੇ? ਕੈਨੇਡਾ ਵਾਸਤੇ ਉਹਨਾਂ ਨੂੰ ਸਰ ਜੀ ਜੇ ਤਾਂ ਵੀਜ਼ਾ ਤੁਹਾਡਾ ਸਟੈਂਪ ਹੋ ਕੇ ਆ ਗਿਆ ਜਾਂ ਪਾਸਪੋਰਟ ਤੇ ਉਹ ਟਰੈਵਲ ਕਰ ਸਕਦੇ ਆ। ਰੂਟੀਨ 'ਚ ਬੱਚੇ ਟਰੈਵਲ ਕਰ ਰਹੇ ਨੇ, ਤੁਹਾਡੇ ਕਾਲਜ ਵੱਲੋਂ ਤੁਹਾਨੂੰ ਲੈਟਰਸ ਮੰਗਾਣੀਆਂ ਪੈਣਗੀਆਂ, ਤੁਹਾਨੂੰ ਆਪਣਾ ਕੁਆਰੰਟਾਈਨ ਪਲਾਨ ਦੱਸਣਾ ਪਏਗਾ, ਉੱਥੋਂ ਕਾਲਜ ਤੋਂ ਤੁਹਾਨੂੰ ਅਲਾਉੈਂਸ ਲੈਣੀ ਪਏਗੀ ਕਿ ਉਹ ਤੁਹਾਨੂੰ ਬੱਚੇ ਨੂੰ ਵੈਲਕਮ ਕਰ ਰਹੇ ਨੇ ਤੇ ਬੱਚਾ ਟਰੈਵਲ ਕਰ ਸਕਦਾ ਆ। ਫਿਰ ਤੁਸੀਂ ਟਿਕਟ ਕਰਵਾ ਕੇ ਬੱਚੇ ਨੂੰ ਭੇਜ ਸਕਦੇ ਹੋ। ਬਿਲਕੁਲ ਜੀ, ਸੋ ਜਾ ਸਕਦੇ ਹੋ ਜੀ। ਵਿਦਿਆਰਥੀ ਜਿਹੜੇ ਫਰੈਸ਼ਰ ਨੇ ਜ਼ਰੂਰ ਕਾਲ ਕਰੋ, ਆਪਣੇ ਸਵਾਲ ਸਾਡੇ ਨਾਲ ਜ਼ਰੂਰ ਕਾਲ ਕਰੋ। ਸਾਡੇ ਦਰਸ਼ਕ ਨੇ ਸਾਨੂੰ ਚੰਡੀਗੜ੍ਹ ਤੋਂ ਕਾਲ ਕੀਤਾ ਸੀ, ਸ਼ੋਅ 'ਚ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਅਗਲੇ ਦਰਸ਼ਕ ਵੀ ਨਾਲ ਨੇ ਜੀ, ਸਵਾਗਤ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ। ਟੀਵੀ ਦੀ ਆਵਾਜ਼ ਘਟਾ ਦਿਓ ਜੀ। ਬਤਾਤੀ ਮੈਮ ਟੀਵੀ ਦੀ ਆਵਾਜ਼। ਬਹੁਤ ਵਧੀਆ ਕੀਤਾ ਜੀ। ਕੀ ਨਾਂ ਹੈ ਜੀ, ਕੀ ਜਾਣਕਾਰੀ ਚਾਹੁੰਦੇ ਹੋ? ਮੈਮ ਮੇਰਾ ਨਾਮ ਦਿਲਜੋਤ ਸਿੰਘ ਹੈ ਜੀ। ਠੀਕ ਤੇ ਹੈ, ਮੈਂ ਨਾ USA ਦੇ ਬਾਰੇ ਗੱਲ ਕਰਨੀ ਸੀਗੀ। ਬਿਲਕੁਲ ਗੱਲ ਕਰੋ ਜੀ। ਸਾਡੇ ਨਾਲ ਸਟੱਡੀ ਵੀਜ਼ਾ ਐਕਸਪਰਟ ਦੱਸੋ ਜੀ। ਮੌਜੂਦ ਨੇ ਜੀ। ਕੀ ਸਵਾਲ ਹੈ? ਮੈਮ ਸਵਾਲ ਇਹ ਹੈ, ਮੈਮ ਸਪਾਊਸ ਕਰਵਾਉਣਾ ਹੈ ਜੀ। ਵਾਈਫ ਹੈ ਮੇਰੀ, ਉਹਨਾਂ ਦਾ ਨਾਮ ਕਮਲਪ੍ਰੀਤ ਕੌਰ ਹੈ ਤੇ ਸਪਾਊਸ ਕਰਵਾਉਣਾ ਵਾ। ਓਕੇ, ਕੁਆਲੀਫਿਕੇਸ਼ਨ ਕੀ ਹੈ? ਕੁਆਲੀਫਿਕੇਸ਼ਨ ਮੈਮ ਉਹਨਾਂ ਦੀ B.Ed ਹੈ ਜੀ। ਓਕੇ, ਕਦੋਂ ਜੀ? ਸਰ ਦੇਖੋ ਕੀ ਇੱਥੇ ਸਵਾਲ? ਮੈਂ ਬ੍ਰਦਰ ਤੁਹਾਡੀ ਗੱਲ ਟੋਕ ਰਿਹਾ, ਮੈਂ ਤੁਹਾਡੇ ਵਾਈਫ ਦਾ ਪ੍ਰੋਫਾਈਲ ਸਮਝ ਗਿਆ, ਉਹਨਾਂ ਨੇ B.Ed ਕੀਤੀ ਹੈ, ਸ਼ਾਇਦ ਉਹ ਕਿਤੇ ਅੱਜ ਟੀਚ ਵੀ ਕਰ ਰਹੇ ਹੋਣਗੇ। ਸੋ ਅੱਜ ਦੇ ਸ਼ੋਅ 'ਚ ਮੈਂ ਇਹ ਵੀ ਚੀਜ਼ਾਂ ਡਿਸਕਸ ਕਰਨਾ ਚਾਹੁੰਦਾ ਸੀ। ਬਹੁਤ ਸਾਰੇ ਟੀਚਰ ਸਾਨੂੰ ਜਿਹੜੇ ਆ ਉਹ ਅਪਰੋਚ ਕਰਦੇ ਆ ਕਿ ਸਾਡਾ ਗੈਪ ਹੋ ਚੁੱਕਾ, ਉਹ ਐਕਚੁਅਲ 'ਚ ਗੈਪ ਨਹੀਂ ਹੁੰਦਾ, ਉਹ ਕਿਤੇ ਨਾ ਕਿਤੇ ਸਕੂਲ 'ਚ ਪੜ੍ਹਾ ਰਹੇ ਹੁੰਦੇ ਨੇ, ਪ੍ਰਾਈਵੇਟ ਟਿਊਸ਼ਨਸ ਲੈ ਰਹੇ ਹੁੰਦੇ ਨੇ, ਸੋ ਉਹ ਵੀ ਮੂਵ ਕਰਨਾ ਚਾਹੁੰਦੇ ਹੁੰਦੇ ਨੇ। ਅਗਰ ਤੁਹਾਡੀ ਵਾਈਫ ਦਾ ਅਗਰ ਉਹਨਾਂ ਨੇ B.Ed ਕੀਤੀ ਹੈਗੀ ਹੈ ਤਾਂ ਮਾਸਟਰਸ ਵਾਸਤੇ ਜਾ ਸਕਦੇ ਨੇ। ਮਾਸਟਰਸ ਇਨ ਐਜੂਕੇਸ਼ਨ ਰਿਲੇਸ਼ਨ, ਜਿੱਦਾਂ ਇੱਥੇ M.Ed ਹੁੰਦੀ ਹੈ ਉੱਥੇ ਮਾਸਟਰਸ ਦੇ ਕਾਫੀ ਸਾਰੇ ਪ੍ਰੋਗਰਾਮ ਨੇ। ਮਾਸਟਰਸ ਇਨ ਹਾਇਰ ਐਜੂਕੇਸ਼ਨ ਜਿਹੜੀ ਹੈਗੀ ਹੈ ਉਹ ਵੀ ਤੁਸੀਂ ਕਰ ਸਕਦੇ ਹੈਗੇ ਹੋ। MS ਇਨ ਆਰਗੇਨਾਈਜੇਸ਼ਨਲ ਮੈਨੇਜਮੈਂਟ ਕਰ ਸਕਦੇ ਹੋ। ਬਥੇਰੇ ਤਰ੍ਹਾਂ ਦੇ ਪ੍ਰੋਗਰਾਮ ਨੇ। ਈਵਨ MS ਇਨ ਸਪੈਸ਼ਲਾਈਜ਼ਡ ਐਜੂਕੇਸ਼ਨ। ਸਪੈਸ਼ਲਾਈਜ਼ਡ ਐਜੂਕੇਸ਼ਨ ਤੋਂ ਮੇਰਾ ਭਾਵ ਜਿਹੜੇ ਬੱਚੇ ਲੈਟਸ ਸੇ ਕਿ ਉਹ ਜਿੱਦਾਂ ਡੈਫ ਐਂਡ ਡੈਮ ਵਾਲੇ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਇੱਕ ਲੋੜ ਹੁੰਦੀ ਹੈ ਇੱਕ ਸਪੈਸ਼ਲ ਕੰਸਲਟੈਂਟ ਜਿਹੜਾ ਉਹਨਾਂ ਨੂੰ ਐਜੂਕੇਟ ਕਰ ਸਕੇ, ਉਦਾਂ ਦੇ ਬਹੁਤ ਪ੍ਰੋਗਰਾਮ ਹੈ ਜਿਹੜੇ ਇਨ ਡਿਮਾਂਡ ਨੇ ਐਂਡ ਉਹਨਾਂ ਨੂੰ ਵੀਜ਼ਾ ਵੀ ਬੜੇ ਹੱਸ ਕੇ ਮਿਲਦਾ ਆ। ਠੀਕ ਹੈ, ਅੱਛਾ, ਮਤਲਬ ਜਿਨ੍ਹਾਂ ਨੇ ਰੀਸੈਂਟਲੀ B.Ed BP.Ed ਕੀਤੀ ਹੈ, ਟੀਚਿੰਗ ਨਾਲ ਜੁੜੇ ਹੋਏ ਨੇ। ਟੀਚਿੰਗ ਮੈਂ ਇੱਥੇ ਗੱਲ ਕਰਨਾ ਚਾਹਾਂਗਾ, ਅਗਰ ਉਹਨਾਂ ਨੇ ਟੀਚਿੰਗ ਵਾਸਤੇ ਤਜਰਬੇ ਦੇ ਦੌਰਾਨ ਗੈਪ ਕਾਫੀ ਸਾਲਾਂ ਦਾ ਹੋ ਗਿਆ, ਉਹਦਾ ਵੀ ਹੱਲ ਹੈਗਾ ਤੁਹਾਡੇ ਕੋਲ? ਬਿਲਕੁਲ ਹੱਲ ਹੈਗਾ ਆ। ਦੇਖੋ ਕੰਸਲਟੈਂਟਸ ਅੱਜ ਦੀ ਡੇਟ 'ਚ ਆਪਣੇ ਆਪ ਨੂੰ ਜਿਹੜੇ ਬਹੁਤ ਕਹਿੰਦੇ ਕੁਆਂਦੇ ਕੰਸਲਟੈਂਟਸ ਕਹਿੰਦੇ ਜੀ USA ਦੇ ਵਿੱਚ 5 ਤੋਂ 7 ਸਾਲ ਦਾ ਗੈਪ ਮਨਜ਼ੂਰ। ਮੇਰੇ ਕੋਲ ਆ ਕੇ ਦੇਖੋ ਰੀਸੈਂਟ ਵੀਜ਼ੇ 12 15 ਸਾਲ ਦੇ ਗੈਪ ਦੇ ਨਾਲ ਲਏ ਨੇ। ਇੱਥੇ ਮੈਂ ਐਡ ਕਰਨਾ ਚਾਹੂੰਗਾ +2 ਤੋਂ ਬਾਅਦ 9 ਸਾਲ ਦਾ ਗੈਪ ਤੁਸੀਂ ਆ ਕੇ ਦੇਖ ਸਕਦੇ ਹੋ ਮੇਰੇ ਆਫਿਸ ਦੇ ਵਿੱਚ। ਵੀਜ਼ਾ ਜਿਹਨੂੰ ਬੈਚਲਰ ਵਾਸਤੇ ਲੜਕੀ ਨੂੰ ਭੇਜਿਆ, ਲੜਕੀ ਦਾ ਨਾਮ ਹੈ ਨੇਹਾ ਸ਼ਰਮਾ। ਵੀਜ਼ਾ ਮੇਰੇ ਆਫਿਸ 'ਚ ਆ ਕੇ ਦੇਖ ਸਕਦੇ ਹੋ। ਠੀਕ ਹੈ, ਸੋ ਟੀਚਿੰਗ ਦੀ ਗੱਲ ਹੋਈ ਹੈ, ਇਹਦੇ ਨਾਲ ਨਾਲ ਇੱਕ ਹੋਰ ਜਿਹੜਾ ਖਿੱਤਾ ਬਹੁਤ ਜ਼ਿਆਦਾ ਮਸ਼ਹੂਰ ਹੈ ਖਾਸ ਤੌਰ ਤੇ ਸਾਡੇ ਪੰਜਾਬ ਦੇ ਵਿੱਚ, ਉਹ ਹੈਗਾ ਜੀ ਨਰਸਿੰਗ ਦਾ। ਜਦੋਂ ਵਿਦੇਸ਼ ਜਾਣਾ ਹੁੰਦਾ
ਪਹਿਲਾਂ ਆਸਟ੍ਰੇਲੀਆ ਨੂੰ ਪ੍ਰਮੋਟ ਕੀਤਾ ਗਿਆ, ਜਦੋਂ ਆਸਟ੍ਰੇਲੀਆ ਦੇ ਦਰਵਾਜ਼ੇ ਬੰਦ ਹੋਏ ਫਿਰ ਕੈਨੇਡਾ ਵੱਲ ਨੂੰ ਰੁਝਾਨ। ਫਿਲਹਾਲ ਦੀ ਗੱਲ ਕਰਾਂ ਤਾਂ ਨਰਸਿੰਗ ਜਿਹੜੇ ਬੀਐਡ ਬੀਐਸਸੀ ਕਰ ਰਹੇ ਨੇ, ਜੀਐਨਐਮ ਏਐਨਐਮ ਕਰ ਰਹੇ ਨੇ, ਕਰ ਚੁੱਕੇ ਨੇ ਜਾਂ ਕਰਕੇ ਨੌਕਰੀ ਕਰ ਰਹੇ ਆ 5-7 ਦੇਖੋ ਸਾਲ ਦੀ। ਬਹੁਤ ਹੀ ਜਿਹੜੀ ਇੱਜ਼ਤ ਦਾ ਜਿਹੜਾ ਕਿੱਤਾ ਆ ਉਹ ਨਰਸਿੰਗ ਹੈ, ਕਿਉਂਕਿ ਕਿਸੇ ਮਰੀਜ਼ ਨੂੰ ਠੀਕ ਕਰਨਾ, ਉਹਦੀ ਦੇਖਭਾਲ ਕਰਨੀ ਉਹ ਇੱਕ ਨਰਸ ਦੇ ਹੱਥ ਦੇ ਵਿੱਚ ਹੁੰਦਾ ਆ। ਪਰ ਕਿਤੇ ਨਾ ਕਿਤੇ ਨਰਸਿਸ ਜਿਹੜੀਆਂ ਇੰਡੀਆ ਦੇ ਵਿੱਚ ਇੰਨੀਆਂ ਕੁ ਦੁਖੀ ਨੇ ਕਿ ਇੱਥੇ ਸੈਲਰੀਜ਼ ਦਾ ਜਿਹੜਾ ਪੈਕੇਜ, ਉਹਨਾਂ ਦੀਆਂ ਡਿਊਟੀਜ਼ ਦੇ ਆਵਰਸ ਕੁਝ ਹੋਰ ਨੇ, ਸੈਲਰੀਜ਼ ਇੰਨੀਆਂ ਅੱਛੀਆਂ ਨਹੀਂ ਮਿਲਦੀਆਂ। ਬਟ ਉਹਨਾਂ ਦੇ ਕਿੱਤੇ ਦਾ, ਉਹਨਾਂ ਦੀ ਮਿਹਨਤ ਦਾ ਮੁੱਲ ਬਾਹਰ ਦੀਆਂ ਕੰਟਰੀਆਂ ਪਾਉਂਦੀਆਂ ਨੇ। ਤੁਸੀਂ ਯੂਕੇ ਜਾਂਦੇ ਹੋ, ਤੁਸੀਂ ਆਸਟ੍ਰੇਲੀਆ ਜਾਂਦੇ ਹੋ, ਤੁਸੀਂ ਜਰਮਨੀ ਜਾਂਦੇ ਹੋ, ਉੱਥੇ ਨਰਸਿਸ ਦੀ ਲੋੜ ਹੈ। ਯੂਐਸਏ ਵੀ ਤੁਹਾਨੂੰ ਵੈਲਕਮ ਕਰਦਾ ਹੈ। ਯੂਐਸਏ ਦੇ ਵਿੱਚ ਤੁਸੀਂ ਬੈਚਲਰ ਇਨ ਨਰਸਿੰਗ ਪ੍ਰੋਗਰਾਮ ਕਰ ਸਕਦੇ ਹੋ। ਅਗਰ ਤੁਸੀਂ ਜੀਐਨਐਮ ਕੀਤੀ ਹੈ ਤਾਂ ਵੀ ਤੁਸੀਂ ਬੈਚਲਰ ਇਨ ਨਰਸਿੰਗ ਦੇ ਵਿੱਚ ਜਾ ਸਕਦੇ ਹੋ। ਅਗਰ ਤੁਸੀਂ ਬੈਚਲਰਸ ਕੀਤੀ ਹੈਗੀ ਹੈ, ਤੁਸੀਂ ਮਾਸਟਰਸ ਇਨ ਨਰਸਿੰਗ ਜਾ ਸਕਦੇ ਹੈਗੇ ਹੋ। ਮਾਸਟਰ ਆਫ ਸਾਇੰਸ ਇਨ ਨਰਸਿੰਗ ਪ੍ਰੋਗਰਾਮ ਨੇ, ਐਲਪੀਐਨ ਪ੍ਰੋਗਰਾਮ ਹੈ ਲਾਇਸੈਂਸਡ ਪ੍ਰੈਕਟੀਸ਼ਨਰ ਨਰਸ ਦਾ। ਦੈਨ ਹੋਰ ਬੜੇ ਪ੍ਰੋਗਰਾਮ ਹੈਗੇ ਨੇ, ਹੈਲਥ ਕੇਅਰ ਦੇ ਰਿਲੇਟਡ ਪ੍ਰੋਗਰਾਮ ਨੇ, ਹੈਲਥ ਕੇਅਰ ਮੈਨੇਜਮੈਂਟ ਦੇ ਪ੍ਰੋਗਰਾਮ ਨੇ। ਸੋ ਬਥੇਰੇ ਪ੍ਰੋਗਰਾਮ ਅਵੇਲੇਬਲ ਨੇ ਨਰਸਿਸ ਵਾਸਤੇ। ਐਂਡ ਈਵਨ ਜਿਹੜੇ ਕੋਈ ਹੋਰ ਮੈਡੀਕਲ ਪ੍ਰੋਫੈਸ਼ਨਲਸ ਨੇ ਕਾਫੀ ਸਾਨੂੰ ਸੰਪਰਕ ਕਰਦੇ ਨੇ, ਜਿੱਦਾਂ ਰੇਡੀਓਗ੍ਰਾਫੀ ਵਾਲੇ ਹੋ ਗਏ ਜਾਂ ਕਾਫੀ ਹੋਰ ਲੈਬ ਟੈਕਨੀਸ਼ੀਅਨਸ ਹੋ ਗਏ, ਉਹ ਵੀ ਯੂਐਸਏ ਦਾ ਰੁੱਖ ਕਰ ਸਕਦੇ ਨੇ। ਚੰਗਾ ਪ੍ਰੋਗਰਾਮ ਉਹਨਾਂ ਨੂੰ ਦਿੱਤਾ ਜਾ ਸਕਦਾ ਆ। ਚੰਗੇ ਕੰਸਲਟੈਂਟ ਦੀ ਲੋੜ ਹੁੰਦੀ ਹੈ। ਮੈਂ ਫੇਰ ਕਹਾਂਗਾ, ਜਦੋਂ ਤੁਸੀਂ ਪ੍ਰੋਗਰਾਮ ਦੀ ਚੋਇਸ ਕਰਨੀ ਹੈ, ਆਪਣੀ ਜੇਬ ਮੁਤਾਬਕ ਯੂਨੀਵਰਸਿਟੀ ਦੀ ਚੋਇਸ ਕਰਨੀ ਹੈ ਤੇ ਵੀਜ਼ਾ ਲਵਾਉਣਾ ਹੈ ਜੀ। ਠੀਕ ਹੈ। ਸੋ ਦਰਸ਼ਕ ਫਿਰ ਤੋਂ ਨਾਲ ਨੇ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ। ਕੀ ਨਾਂ ਜੀ? ਮੈਮ ਦਿਲਜੋਤ ਹੀ। ਮੈਂ ਇਹ ਪੁੱਛਣਾ ਚਾਹੁੰਦਾ ਛੋਟੀ ਜੀ ਗੱਲ ਤੇ ਵੀ ਯੂਐਸਏ ਦਾ ਅਸੀਂ ਟਰਾਈ ਕਰ ਸਕਦੇ ਹਾਂ ਜੀ? ਬਿਲਕੁਲ ਕਰ ਸਕਦੇ ਜੀ ਬ੍ਰਦਰ। ਮੈਂ ਤੁਹਾਨੂੰ ਤੁਹਾਡੇ ਜੋ ਵਾਈਫ ਦਾ ਪ੍ਰੋਫਾਈਲ ਦੱਸਿਆ ਉਹਦੇ ਹਿਸਾਬ ਦੇ ਨਾਲ ਤੁਸੀਂ ਬਿਲਕੁਲ ਕਰ ਸਕਦੇ ਹੋ। ਬਾਕੀ ਇੱਕ ਵਾਰੀ ਤੁਹਾਨੂੰ ਤੁਹਾਡੇ ਵਾਈਫ ਨਾਲ ਮੈਨੂੰ ਮਿਲਣਾ ਪਏਗਾ। ਉਹਨਾਂ ਦੀ ਕਮਿਊਨੀਕੇਸ਼ਨ ਸਕਿੱਲਸ ਕਿੱਦਾਂ ਦੀਆਂ ਨੇ, ਉਹਨਾਂ ਦੀ ਬਾਡੀ ਲੈਂਗੁਏਜ ਕੀ ਹੈਗੀ ਆ, ਉਹ ਆਇਲਟਸ ਜਿਹੜੀ ਇੰਗਲਿਸ਼ ਹੈ ਉਹ ਕਿੰਨੀ ਕੁ ਵਧੀਆ ਤਰੀਕੇ ਨਾਲ ਬੋਲ ਸਕਦੇ ਆ, ਕਿੰਨਾ ਕੁ ਕੌਨਫੀਡੈਂਸ ਲੈਵਲ ਹੈ, ਨਰਵਸ ਤਾਂ ਨਹੀਂ ਹੁੰਦੇ। ਇਹ ਸਭ ਜੱਜ ਕਰਨ ਤੋਂ ਬਾਅਦ ਮੈਂ ਤੁਹਾਨੂੰ ਐਨਾਲਾਈਜ਼ ਕਰਾਂਗਾ ਕਿ ਕਿੰਨੀ ਪ੍ਰੋਬੇਬਿਲਿਟੀ ਹੈ ਵੀਜ਼ੇ ਦੀ। ਠੀਕ ਹੈ। ਅੱਛਾ, ਮੈਨੂੰ ਕਿਤੇ ਨਾ ਕਿਤੇ ਜੋ ਇਹਨਾਂ ਦੇ ਸਵਾਲ ਲੱਗ ਰਿਹਾ ਹੈ, ਸ਼ਾਇਦ ਇਕੱਠੇ ਜਾਣ ਬਾਰੇ ਤਾਂ ਨਹੀਂ ਪੁੱਛਣਾ ਚਾਹੁੰਦੇ? ਹਾਂ, ਇਕੱਠੇ ਜਾਣ ਬਾਰੇ ਦੇਖੋ, ਕੋਈ ਵੀ ਕੰਟਰੀ ਇਹ ਨਹੀਂ ਕਹਿੰਦੀ ਕਿ ਤੁਸੀਂ ਹਸਬੈਂਡ ਵਾਈਫ ਹੋ ਤਾਂ ਤੁਸੀਂ ਅੱਡ ਰਹੋ। ਚਾਹੇ ਤੁਸੀਂ, ਹਰ ਕੰਟਰੀ ਤੁਹਾਨੂੰ ਵੈਲਕਮ ਕਰਦੀ ਹੈ ਕਿ ਤੁਹਾਡੇ ਲਈ ਇੱਕ ਸਪਾਊਸ ਲਈ ਕੋਈ ਨਾ ਕੋਈ ਨੀਤੀ ਹਰ ਕੰਟਰੀ ਦੀ ਹੁੰਦੀ ਹੈ। ਇੱਥੇ ਵੀ F2 ਕੈਟੇਗਰੀ ਹੈ, ਜਿਹਦੇ ਵਿੱਚ ਤੁਸੀਂ ਆਪਣੀ ਵਾਈਫ ਦੇ ਬੇਸ ਤੇ, ਤੁਸੀਂ F1 ਤੇ ਤੁਹਾਡੇ ਵਾਈਫ ਜਾਣਗੇ, F2 ਕੈਟੇਗਰੀ 'ਚ ਤੁਸੀਂ ਜਾ ਸਕਦੇ ਹੋ। ਤੁਹਾਡੇ ਬੱਚੇ ਅਗਰ ਹੈਗੇ ਨੇ ਤਾਂ ਬੱਚੇ ਵੀ F2 ਕੈਟੇਗਰੀ 'ਚ ਜਾ ਸਕਦੇ ਨੇ। ਤੁਹਾਨੂੰ ਵੀ 5 ਸਾਲ ਦਾ ਹੀ ਵੀਜ਼ਾ ਮਿਲੇਗਾ। F1 'ਚ 5 ਸਾਲ ਦਾ ਮਿਲਦਾ, F2 'ਚ ਵੀ 5 ਸਾਲ ਦਾ ਮਿਲੇਗਾ। ਪਰ ਜਿੱਥੇ ਸਾਡਾ ਐਕਸਪੀਰੀਅੰਸ ਕਾਊਂਟ ਕਰਦਾ ਆ, ਉੱਥੇ ਅਸੀਂ ਤੁਹਾਨੂੰ ਇੱਕ ਗਾਈਡੈਂਸ ਦਿੰਦੇ ਆ ਕਿ ਪਹਿਲਾਂ ਤੁਹਾਡੇ ਵਾਈਫ ਦਾ ਵੀਜ਼ਾ ਲੱਗੇਗਾ, ਉਹ ਚਲੇ ਜਾਂਦੇ ਆ, ਯੂਨੀਵਰਸਿਟੀ ਜੁਆਇਨ ਕਰ ਲੈਂਦੇ ਆ। ਉਸ ਤੋਂ ਬਾਅਦ ਤੁਹਾਨੂੰ ਅਸੀਂ ਅੰਬੈਸੀ 'ਚ ਖੜਾ ਕਰਾਂਗੇ। ਅੰਬੈਸੀ 'ਚ ਤੁਸੀਂ ਭਾਵੇਂ ਹਿੰਦੀ 'ਚ ਇੰਟਰਵਿਊ ਦਿਓ, ਭਾਵੇਂ ਪੰਜਾਬੀ 'ਚ ਇੰਟਰਵਿਊ ਦਿਓ, ਦੈਟ ਡਜ਼ਨਟ ਮੇਕ ਐਨੀ ਡਿਫਰੈਂਸ। ਬਟ ਸਾਡੀ ਜਿਹੜੀ ਇੱਕ ਐਡਵਾਈਸ ਹੈ ਉਹਨੂੰ ਜ਼ਰੂਰ ਮੰਨ ਲੈਣਾ। ਅੱਜ ਦੀ ਡੇਟ ਦੇ ਵਿੱਚ ਜਦੋਂ ਤੁਸੀਂ ਸਾਡੇ ਆਫਿਸ ਆਓਗੇ, ਤੁਹਾਡੇ ਨਾਲ ਐਕਸਪੀਰੀਅੰਸ ਸ਼ੇਅਰ ਕਰਾਂਗੇ ਕਿਉਂ ਅਸੀਂ ਕਹਿ ਰਹੇ ਹਾਂ ਕਿ ਪਹਿਲਾਂ ਵਾਈਫ ਨੂੰ ਜਾਣਦੇ ਹੋ ਤੇ ਫਿਰ ਤੁਸੀਂ ਆਪਣਾ ਅਪਲਾਈ ਕਰੋ। ਠੀਕ ਹੈ। ਸੋ ਨੰਬਰ ਡਿਸਪਲੇ ਹੋ ਰਿਹਾ ਜੀ, ਆਫਿਸ ਜ਼ਰੂਰ ਵਿਜ਼ਿਟ ਕਰਿਓ। ਅੱਛਾ, ਇੱਕ ਚੀਜ਼ ਹੋਰ ਹੈ ਕਿ ਇਸ ਟਾਈਮ ਅਸੀਂ ਆਫ ਕੈਮਰਾ ਵੀ ਡਿਸਕਸ ਕਰ ਰਹੇ ਸੀ ਕਿ ਵਿਦਆਊਟ ਆਇਲਸ ਵੀ ਬਹੁਤ ਅੱਛਾ ਸਕਸੈਸ ਰੇਟ ਚੱਲ ਰਿਹਾ। ਬਹੁਤ ਸਾਰੇ ਲੋਕਾਂ ਨੇ ਵੀਜ਼ੇ ਹਾਸਲ ਕੀਤੇ ਨੇ। ਜਦੋਂ ਪਰਮਪ੍ਰੀਤ ਜੀ, ਵਿਦਆਊਟ ਆਇਲਸ ਇੰਨਾ ਅੱਛਾ ਰਿਸਪੌਂਸ ਹੈ ਤਾਂ ਵਿਦਿਆਰਥੀ ਨੂੰ ਆਇਲਸ ਕਰਨ ਦੀ ਕੀ ਮਹੱਤਵਤਾ ਹੈ, ਕਿਉਂ ਕਰੇ? ਹੁਣ ਮੈਂ ਇਹ ਦੱਸ ਦਿੰਦਾ ਕਿ ਜਦੋਂ ਅਗਰ ਕਈ ਵਾਰੀ ਮੇਰੇ ਕੋਲ ਵਰਕਿੰਗ ਪ੍ਰੋਫਾਈਲਸ ਆਉਂਦੇ ਨੇ, ਜਿੱਦਾਂ ਕੋਈ ਬੈਂਕ 'ਚ ਕੰਮ ਕਰ ਰਿਹਾ ਹੈ, ਕੋਈ ਕਿਸੇ ਈਵਨ ਸਰਕਾਰੀ ਮਹਿਕਮੇ 'ਚ ਕੰਮ ਕਰ ਰਿਹਾ, ਉਹਦਾ ਵੀ ਇੱਛਾ ਜਾਗੀ ਕਿ ਅਸੀਂ ਯੂਐਸਏ ਜਾਣਾ, ਐਂਡ ਆਪਾਂ ਉਹਨਾਂ ਦੇ ਵੀਜ਼ਾਸ ਵੀ ਹਾਸਲ ਕੀਤੇ ਨੇ। ਤੁਸੀਂ ਸਾਡੇ ਪੇਜਸ ਤੇ ਦੇਖ ਸਕਦੇ ਹੋ, ਤੁਸੀਂ ਸਾਡੇ ਆਫਿਸ ਆ ਕੇ ਦੇਖ ਸਕਦੇ ਹੋ। ਆਇਲਟਸ ਕਰਨ ਲਈ ਅਸੀਂ ਇਸ ਲਈ ਕਿਹਾ ਜਾਂਦਾ ਆ ਕਿਉਂਕਿ ਆਇਲਟਸ ਦੇ ਬੇਸ ਤੇ ਅਸੀਂ ਕੋਈ ਚੰਗੀਆਂ ਸਟੇਟ ਯੂਨੀਵਰਸਿਟੀਜ਼ ਅਪਲਾਈ ਕਰ ਸਕਦੇ ਹੁੰਨੇ ਆ, ਤੁਹਾਡੇ ਲਈ ਸਕਾਲਰਸ਼ਿਪਸ ਲੈ ਸਕਦੇ ਹੁੰਨੇ ਆ। ਜਿੱਥੇ ਆਪਣਾ ਆਇਲਟਸ ਨਹੀਂ ਹੁੰਦਾ, ਇਹ ਨਹੀਂ ਕਿ ਯੂਐਸਏ ਦਾ ਰਸਤਾ ਬੰਦ ਹੋ ਗਿਆ ਜਾਂ ਯੂਐਸਏ ਵੀਜ਼ਾ ਨਹੀਂ ਦੇਗਾ। ਬਟ ਵਿਦਆਊਟ ਆਇਲਟਸ ਸਾਡੇ ਕੋਲ ਇੱਕ ਲਿਮਿਟੇਸ਼ਨ ਹੁੰਦੀ ਹੈ ਕਿ ਆਪਾਂ ਕੁਝ ਹੀ ਯੂਨੀਵਰਸਿਟੀਜ਼ ਦੇ ਵਿੱਚ ਅਪਲਾਈ ਕਰ ਸਕਦੇ ਆ। ਜਿੱਦਾਂ ਤੁਹਾਡੇ ਅਗਰ ਆਇਲਟਸ ਦੇ ਬੈਂਡ ਅੱਛੇ ਆ ਤਾਂ ਸਾਡੇ ਕੋਲ ਜਿਹੜੀ ਹੈ ਉਹ ਲਿਮਿਟੇਸ਼ਨ ਹਟ ਜਾਂਦੀ ਹੈ। ਐਂਡ ਵੀ ਆਲਵੇਜ਼ ਬ੍ਰਿੰਗ ਬੈਸਟ ਯੂਨੀਵਰਸਿਟੀਜ਼ ਫॉर ਯੂ, ਜਿੱਦਾਂ ਕਿ ਸਟੇਟ ਯੂਨੀਵਰਸਿਟੀਜ਼ ਦੇ। ਅੱਜ ਮੈਂ ਤੁਹਾਨੂੰ ਗੱਲ ਕਰਾਂ ਤਾਂ ਤੁਸੀਂ ਯਕੀਨ ਨਹੀਂ ਕਰਨਾ, ਇੱਕ ਜਿਹੜਾ ਮਿਥ ਰਿਹਾ ਆ ਕਿ ਯੂਐਸਏ ਦੇ ਵਿੱਚ ਪੜ੍ਹਨਾ ਬਹੁਤ ਮਹਿੰਗਾ ਆ। ਉਹਨਾਂ ਨੂੰ ਇਹ ਲੱਗਦਾ ਕਿ ਜੇ ਕੋਈ ਬਾਇਓ ਮੈਕਸੀਕੋ ਜਾਂਦਾ ਆ ਤੇ ਉੱਥੇ 30-35 ਲੱਖ ਰੁਪਇਆ 40 ਲੱਖ ਰੁਪਇਆ ਖਰਚਦਾ, ਤੇ ਯੂਐਸਏ ਜੇ ਪਹੁੰਚਣਾ ਤਾਂ ਇੰਨਾ ਹੀ ਮਹਿੰਗਾ। ਉਹ ਇੱਕ ਮਾਈਂਡ ਦੇ ਵਿੱਚ ਜਿਹੜੀ ਗੱਲ ਬਣੀ ਹੋਈ ਹੈ। ਅਗਰ ਤੁਹਾਡਾ ਬਜਟ 8 ਤੋਂ 10 ਲੱਖ ਰੁਪਇਆ ਹੈਗਾ ਆ, ਤੁਸੀਂ ਯੂਐਸਏ ਦਾ ਰੁੱਖ ਕਰ ਸਕਦੇ ਹੋ। ਐਂਡ ਉਹਦੇ ਵਿੱਚ ਸਾਡੇ ਕੋਲ ਇਦਾਂ ਦੀਆਂ ਵੀ ਯੂਨੀਵਰਸਿਟੀਜ਼ ਨੇ ਜਿਨ੍ਹਾਂ ਦੀ ਫੀਸ ਜਿਹੜੀ ਹੈ $6-7,000 ਤੋਂ ਸ਼ੁਰੂ ਹੋ ਜਾਂਦੀ ਹੈ। ਠੀਕ ਹੈ। ਸੋ ਘੱਟ ਫੀਸ ਵਾਲੇ ਵੀ ਮਤਲਬ ਉੱਥੇ ਯੂਨੀਵਰਸਿਟੀਜ਼ ਕਾਲਜਸ ਅਵੇਲੇਬਲ? ਬਿਲਕੁਲ ਜੀ। ਮੈਂ ਹੁਣ ਇੱਕ ਰੀਸੈਂਟ ਮੇਰੀ ਕਿਸੇ ਯੂਨੀਵਰਸਿਟੀ ਦੇ ਨਾਲ ਗੱਲ ਚੱਲੀ ਵੀ ਉਹਨਾਂ ਨੇ ਸਾਡੇ ਨਾਲ ਐਕਚੁਅਲ 'ਚ ਸਾਡਾ ਟਾਈ ਅਪ ਦਾ ਉਹਨਾਂ ਦੇ ਨਾਲ ਗੱਲ ਚੱਲ ਰਹੀ ਸੀ। ਐਂਡ ਯੂਨੀਵਰਸਿਟੀ ਨੇ ਸਾਨੂੰ ਕਲੀਅਰ ਕੱਟ ਦੱਸਿਆ ਕਿ ਅਸੀਂ ਜਿਹੜੇ ਕੁਆਲਿਟੀ ਸਟੂਡੈਂਟਸ ਉਹਨਾਂ ਨੂੰ ਵੈਲਕਮ ਕਰਦੇ ਹਾਂ। ਅਗਰ ਸਾਡੀ ਜਿਹੜੀ ਫੀਸ ਹੈ ਉਹ $16,000 ਹੈਗੀ ਹੈ, ਤੇ ਅਗਰ ਬੱਚਾ ਆਪਣੀ ਜਿਹੜਾ ਇੱਕ ਐਸੇ ਹੈ ਜਾਂ ਸਟੇਟਮੈਂਟ ਆਫ ਪਰਪਸ ਹੈ ਉਹ
ਵਧੀਆ ਤਰੀਕੇ ਨਾਲ ਸਾਨੂੰ ਲਿਖ ਕੇ ਦਿੰਦਾ ਹੈ ਤਾਂ ਅਸੀਂ ਉਹਦੀ $7500 ਤੱਕ ਸਕਾਲਰਸ਼ਿਪ ਅਪਰੂਵ ਕਰ ਦਿੰਦੇ ਠੀਕ ਹਾਂ। ਹੈ। ਸੋ 16000 ਤੋਂ 7500 ਕੱਢ ਲਓ, ਤਕਰੀਬਨ $8-9000 ਫੀਸ ਮੇਰੇ ਹਿਸਾਬ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਯੂਐਸਏ ਚ ਜਾ ਕੇ ਪੜਨ ਦੀ ਕੋਈ ਵੱਧ ਫੀਸ ਹੈ। ਜਿਹੜਾ ਵਿਦਿਆਰਥੀ ਇੱਥੋਂ 85-90% ਨੰਬਰ ਲੈ ਬੈਠਾ ਆ, ਸੋ ਉਹਦਾ ਭਵਿੱਖ ਕਿਸ ਤਰੀਕੇ ਨਾਲ ਵੇਖ ਰਹੇ ਹੋ ਯੂਐਸਏ ਦਾ? ਬਹੁਤ ਵਧੀਆ, ਅੱਛਾ ਭਵਿੱਖ ਹੈ। ਅੱਜ ਦੀ ਡੇਟ 'ਚ ਹਰ ਪੇਰੈਂਟਸ ਨੂੰ ਕਾਲ ਹੁੰਦੀ ਹੈ ਜੀ ਅਸੀਂ ਆਪਣੇ ਬੱਚੇ ਨੂੰ ਜਲਦੀ ਤੋਂ ਜਲਦੀ ਭੇਜ ਦਈਏ। ਬੱਚਿਆਂ ਦੇ ਵਿੱਚ ਪੇਸ਼ੈਂਸ ਨਹੀਂ ਹੈ, ਅੱਜ ਹੀ ਜਾਣਾ ਚਾਹੁੰਦੇ ਨੇ ਵੀ ਅੱਜ ਅਸੀਂ ਫਾਈਲ ਦਿੱਤੀ, ਹਲੇ ਘਰ ਆਪਣੇ ਪਹੁੰਚੇ ਨਹੀਂ ਹੁੰਦੇ ਜੀ, ਸਾਡਾ ਪ੍ਰੋਸੈਸ ਕਿੱਥੇ ਪਹੁੰਚਿਆ, ਇਹ ਫੋਨ ਆਣੇ ਸ਼ੁਰੂ ਹੋ ਜਾਂਦੇ ਨੇ। ਬਟ ਅਸੀਂ ਤਕਰੀਬਨ ਮੇਰੇ ਕੋਲ ਰੂਟੀਨ 'ਚ ਮੈਂ ਕਾਉਂਸਲਿੰਗ ਕਰਦਾ, ਜਿਹੜੇ ਮੇਰੇ ਕੋਲ ਕਾਉਂਸਲਿੰਗ ਲੈ ਕੇ ਜਾਂਦੇ ਨੇ, ਜਿਹੜੇ ਮੇਰੇ ਨਾਲ ਐਨਰੋਲ ਹੋਏ ਨੇ ਬੱਚੇ, ਉਹਨਾਂ ਨੂੰ ਇਹ ਮੈਂ ਬੜਾ ਕਲੀਅਰ ਕੀਤਾ ਹੋਇਆ ਕਿ ਅਗਰ ਤੁਸੀਂ ਮੈਨੂੰ ਆਪਣਾ ਟਾਈਮ ਦਿਓਗੇ ਤੇ ਮੈਂ ਤੁਹਾਡਾ ਕੋਈ ਨਾ ਕੋਈ ਬਹੁਤ ਫਾਇਦਾ ਕਰਨ ਵਾਲਾ। ਸਮਝ ਲਓ ਮੈਂ ਕਿਸੇ ਬੱਚੇ ਦੀ ਅਗਰ 5000 ਜਾਂ 6000 ਜਾਂ $7000 ਸਕਾਲਰਸ਼ਿਪ ਸਾਲ ਦੀ ਲਗਵਾਉਣ ਦੇ ਵਿੱਚ ਸਫਲ ਹੋ ਜਾਣਾ ਆ। 4 ਸਾਲ ਬੱਚੇ ਨੇ ਪੜ੍ਹਨਾ ਹੁੰਦਾ, ਜਿਹੜਾ +2 ਵਾਲਾ ਆ ਉਹਨੇ 4 ਸਾਲ ਦੀ ਬੈਚਲਰਸ ਯੂਐਸਏ ਦੇ ਵਿੱਚ ਕਰਨੀ ਹੁੰਦੀ ਹੈ। ਸੋ ਕਿਤੇ ਨਾ ਕਿਤੇ ਉਹਦਾ ਅਸੀਂ ਪੂਰੀ ਪੜ੍ਹਾਈ ਦੇ ਵਿੱਚ ਜੇ ਉਹਦਾ ਅਸੀਂ $25-30,000 ਬਚਾਤਾ ਤੇ ਸਮਝ ਲਓ ਗੱਲ ਕਿੱਥੇ ਪਹੁੰਚਦੀ ਹੈ। ਸੋ ਇੱਕ ਪੇਸ਼ੈਂਸ ਦੀ ਲੋੜ ਕਿ ਆਪਣੇ ਪੈਸੇ ਪਹਿਲਾਂ ਹੀ ਇੱਥੇ ਬਚਾ ਕੇ ਜਾਓ। ਇੱਕ ਸਕਾਲਰਸ਼ਿਪ ਜਿਹੜੀ ਕੰਪਨੀ ਤੁਹਾਨੂੰ ਪ੍ਰੋਵਾਈਡ ਕਰ ਸਕਦੀ, ਜਿਹੜੀ ਰਾਈਟ ਗਾਈਡੈਂਸ ਦੇ ਸਕਦੀ ਕਿ ਤੁਸੀਂ ਸਕਾਲਰਸ਼ਿਪਸ ਲੈ ਸਕਦੇ ਹੋ, ਉਧਰ ਤੁਰੋ, ਨਾ ਕਿ ਉੱਥੇ ਜਿੱਥੇ ਢੋਲ ਵਜਾ ਕੇ ਕਹਿੰਦੇ ਜੀ 45-50,000 ਚ ਯੂਐਸਏ ਜਾਓ, ਉਹ ਵੱਜੀ ਜਾਣੇ ਆ ਢੋਲ। ਅੰਦਰ ਜਾ ਕੇ ਦੇਖੋ, ਅੰਦਰ ਹਕੀਕਤ ਜਾਣੋ ਜਾ ਕੇ ਕਿੰਨੇ ਪੈਸੇ ਮੰਗਦੇ ਆ। ਠੀਕ ਹੈ। ਸੋ ਦਰਸ਼ਕ ਨਾਲ ਨੇ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਵਾਲ ਮੇਰੇ ਕੋਲ ਵੀ ਬਹੁਤ ਸਾਰੇ ਨੇ, ਕਤਾਰ ਵੀ ਬਹੁਤ ਲੰਬੀ ਲੱਗੀ ਹੋਈ ਹੈ ਜੀ। ਸਵਾਗਤ, ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਜੀ? मैं जसप्रीत सिंह नेम है मेरा। ਕੀ ਸਵਾਲ ਹੈ ਜੀ? हाँ जी मैडम, मेरा नोवा स्कॉशिया फाइल लगी 14 सितंबर की फाइल सबमिट हुई है मेरी, बट अभी तक कोई रिस्पांस नहीं आया। ਠੀਕ ਹੈ ਜੀ। ਕਦੋਂ ਫਾਈਲ ਲਗਾਈ ਤੁਸੀਂ? 14 अप्रैल सर मेरी फाइल लगी हुई है 14 स्कॉशिया कॉलेज में 14 यूनिवर्सिटी। ਅਪ੍ਰੈਲ ਦੀ ਫਾਈਲ ਲੱਗੀ ਹੈ? हाँ जी मैं 14 अप्रैल ਦੀ कोई रिस्पांस नहीं आया। ਕਿਹੜਾ ਇਨਟੇਕ ਸੀਗਾ ਜੀ ਤੁਹਾਡਾ? सितंबर इनटेक है सर, 9 सितंबर क्लास स्टार्ट है मेरी। ਸਤੰਬਰ। ਬਾਇਓਮੈਟ੍ਰਿਕਸ ਵਗੈਰਾ ਹੋ ਗਏ ਸੀਗੇ ਤੁਹਾਡੇ? हाँ जी सर हो चुके हैं सब कुछ। ਚਲੋ ਥੋੜੀ ਪੇਸ਼ੈਂਸ ਰੱਖੋ ਕਿਉਂਕਿ ਕੈਨੇਡਾ ਦੇ ਉੱਪਰ ਬਹੁਤ ਲੋਡ ਚੱਲ ਰਿਹਾ ਆ। ਐਕਚੁਅਲ ਚ ਅੱਗੇ ਕੀ ਹੁੰਦਾ ਸੀਗਾ, ਸਾਲ ਦਾ ਅਗਰ 30-35% ਬੱਚਾ ਜਿਹੜਾ ਆਸਟ੍ਰੇਲੀਆ ਨੂੰ ਚਲੇ ਜਾਂਦਾ ਸੀ, ਅੱਜ ਉਹ 30-35% ਵੀ ਕੈਨੇਡਾ ਮੂਵ ਹੋ ਰਿਹਾ। ਰੀਜ਼ਨ ਜਿਹੜੇ 2018-19 ਵਾਲੇ ਬੱਚੇ ਵਿਹਲੇ ਬੈਠੇ ਸੀ ਉਹ ਵੀ ਹੁਣ ਅਪਲਾਈ ਕਰ ਰਹੇ ਨੇ। ਬਿਲਕੁਲ ਜੀ ਬਿਲਕੁਲ, ਬਹੁਤ ਸਾਰਾ ਉਹਨਾਂ ਦੇ ਉੱਤੇ ਲੋਡ ਹੋਣ ਕਰਕੇ ਕੈਨੇਡਾ ਦੀ ਹਾਈ ਕਮਿਸ਼ਨ ਦੇ ਉੱਪਰ ਤੋਂ ਟਾਈਮ ਲੱਗ ਰਿਹਾ ਹੈਗਾ ਆ। ਕਿਤੇ ਨਾ ਕਿਤੇ ਪੇਸ਼ੈਂਸ ਰੱਖੋ। ਸਾਡੇ ਵੀ ਵੀਜ਼ਾਸ ਕਈ ਜਨਵਰੀ ਦੇ ਫਾਈਲ ਕੀਤੇ ਹੋਇਆਂ ਦਾ ਰਿਜ਼ਲਟਸ ਆਣੇ ਸ਼ੁਰੂ ਹੋਏ ਨੇ ਹੁਣ, ਜਿਹੜੀਆਂ ਕਿ ਮੈਂ ਗੱਲ ਕਰਾਂ। ਸੋ ਪੇਸ਼ੈਂਸ ਰੱਖੋ, ਜਿਹੜੇ ਬੱਚੇ ਪੇਸ਼ੈਂਸ ਰੱਖਣਗੇ ਕੋਈ ਅੱਛਾ ਹੀ ਰਿਜ਼ਲਟ ਆਏਗਾ। ਬਿਲਕੁਲ। ਪਰਮਪ੍ਰੀਤ ਜੀ, ਤਜਰਬੇਕਾਰ ਹੋ ਤੁਸੀਂ, ਤੁਹਾਡੇ ਕੋਲ ਤਜਰਬਾ ਹੈ, ਉਸ ਦੇ ਬਿਹਾਫ ਤੇ ਇੱਕ ਸਵਾਲ ਹੋਰ ਤੁਹਾਡੇ ਨਾਲ ਮੈਂ ਜ਼ਰੂਰ ਜਾਨਣਾ ਚਾਹੂੰਗੀ। ਕੈਨੇਡਾ ਦੀ ਗੱਲ ਆਉਂਦੀ ਹੈ ਤਾਂ ਕਹਿੰਦੇ ਨੇ ਵੀ ਡਿਗਰੀ ਵਾਸਤੇ ਜਾਣ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਜੇ ਤੁਹਾਡਾ ਭਵਿੱਖ ਤੁਸੀਂ ਸੈਟਲ ਕਰਕੇ ਬੈਠੇ ਹੋ, ਤੁਸੀਂ ਉੱਥੇ ਸੈਟਲ ਹੋਣਾ ਸੋਚ ਕੇ ਬੈਠੇ ਹੋ, ਤਾਂ ਤੁਸੀਂ 2 ਸਾਲ ਦੇ ਡਿਪਲੋਮੇ ਤੇ ਜਾਓ, 3 ਸਾਲ ਦਾ ਤੁਹਾਨੂੰ ਉੱਥੇ ਜਿਹੜਾ ਪੋਸਟ ਸਟੱਡੀ ਵਰਕ ਪਰਮਿਟ ਮਿਲ ਜਾਏਗਾ। ਸੋ ਉਸ ਤੋਂ ਬਾਅਦ ਤੁਸੀਂ ਅਗਲੀ ਪੌੜੀ ਤੇ ਚੜ ਜਾਓਗੇ। ਯੂਐਸਏ ਵਾਸਤੇ ਕੀ ਸੇਮ ਇਦਾਂ ਦਾ ਪ੍ਰੋਸੈਸ ਹੈ ਜਾਂ ਡਿਗਰੀ ਡਿਪਲੋਮਾ? ਮਤਲਬ ਜੇ ਮੈਂ ਇਕੱਠਾ ਸਵਾਲ ਕਰਾਂ, ਡਿਗਰੀ ਡਿਪਲੋਮੇ ਚ ਜਾਂਚ ਕਿਹਦੇ ਚ ਫਾਇਦਾ, ਤੇ ਦੂਜੀ ਗੱਲ ਵਰਕ ਰਾਈਟਸ ਕੀ ਨੇ ਡਿਊਰਿੰਗ ਸਟੱਡੀ ਔਰ ਪੜ੍ਹਾਈ ਤੋਂ ਬਾਅਦ? ਦੇਖੋ, ਯੂਐਸਏ ਦੇ ਵਿੱਚ ਪੜ੍ਹਨਾ ਐਂਡ ਕੈਨੇਡਾ ਦੇ ਵਿੱਚ ਪੜ੍ਹਨਾ ਜ਼ਮੀਨ ਅਸਮਾਨ ਦਾ ਫਰਕ ਹੈ। ਯੂਐਸਏ ਦੇ ਵਿੱਚ ਮੇਨਲੀ ਅਸੀਂ ਡਿਗਰੀਜ਼ ਨੂੰ ਪ੍ਰਮੋਟ ਕਰਦੇ ਹਾਂ। ਨੋ ਡਾਊਟ ਕਿ ਉੱਥੇ ਵੀ ਡਿਪਲੋਮਾ ਵਾਂਗੂ ਐਸੋਸੀਏਟ ਡਿਗਰੀ ਦੇ ਪ੍ਰੋਗਰਾਮਸ ਨੇ 2 ਸਾਲ ਦੇ। ਵੀਜ਼ਾ ਲੈਣ ਤੋਂ ਬਾਅਦ ਬੱਚਾ ਚੂਜ਼ ਕਰ ਸਕਦਾ ਕਿ ਮੈਂ 2 ਸਾਲ ਹੀ ਪੜ੍ਹਨਾ ਹੈ ਜਾਂ ਮੈਂ ਜ਼ਿਆਦਾ ਪੜ੍ਹਨਾ, ਬਟ ਉਹਦਾ ਫਿਊਚਰ ਤਾਂ ਹੀ ਬਣੇਗਾ ਜਾਂ ਉਹ ਅਗਰ ਆਪਣੀ ਬੈਚਲਰਸ ਕੰਪਲੀਟ ਕਰੇਗਾ ਜਾਂ ਮਾਸਟਰਸ ਕੰਪਲੀਟ ਕਰੇਗਾ। ਬੜਾ ਕਲੀਅਰ ਗੱਲ ਹੈ। ਅੱਜ ਮੈਨੂੰ ਅਗਰ ਮੇਰੇ ਕੋਲ EMPLOYEES ਚਾਹੀਦੇ ਹੁੰਦੇ ਆ ਤਾਂ ਘੱਟੋ ਘੱਟ ਗ੍ਰੈਜੂਏਸ਼ਨ ਦੀ ਅਸੀਂ ਵੀ ਡਿਮਾਂਡ ਕਰਦੇ ਹਾਂ। ਸੋ ਇਦਾਂ ਹੀ ਜਿਹੜੀਆਂ ਚੰਗੀਆਂ ਕੰਪਨੀਆਂ ਉੱਥੇ ਬੈਠੀਆਂ ਨੇ ਉਹ ਤੁਹਾਨੂੰ ਵਰਕਿੰਗ ਰਾਈਟਸ ਦੇਣ ਨੂੰ ਤਿਆਰ ਨੇ, ਉਹ ਤੁਹਾਨੂੰ H1B ਵੀਜ਼ਾ ਪ੍ਰੋਵਾਈਡ ਕਰਨ ਨੂੰ ਤਿਆਰ ਨੇ, ਉਹ ਤੁਹਾਨੂੰ ਵਰਕ ਪਰਮਿਟਸ ਪ੍ਰੋਵਾਈਡ ਕਰਨ ਨੂੰ ਤਿਆਰ ਨੇ ਯੂਐਸਏ ਦੀ ਜਦੋਂ ਆਪਾਂ ਗੱਲ ਕਰਦੇ ਹਾਂ। ਬਟ ਤੁਹਾਡੇ ਵਿੱਚ ਕੁਝ ਹੋਣਾ ਚਾਹੀਦਾ, ਤੁਸੀਂ ਕੈਲੀਬਰ ਤੁਹਾਡਾ ਹੋਣਾ ਚਾਹੀਦਾ, ਜਾਂ ਤੁਸੀਂ ਉਹ ਪੜ੍ਹਾਈ ਨੂੰ ਸੀਰੀਅਸਲੀ ਕਰੋਗੇ ਤੇ ਤੁਹਾਡੀ ਅੱਗੇ ਮੰਜ਼ਿਲ ਬੜੀ ਕਲੀਅਰ ਹੈਗੀ ਹੈ ਕਿ ਤੁਸੀਂ ਯੂਐਸਏ ਦੇ ਵਿੱਚ ਵੀ ਕਿਤੇ ਨਾ ਕਿਤੇ ਜਾ ਕੇ ਗ੍ਰੀਨ ਕਾਰਡ ਹੋ ਸਕਦੇ ਹੋ। OPT CPT ਜਿਹੜੇ ਵਰਕਿੰਗ ਰਾਈਟਸ ਹੁੰਦੇ ਨੇ ਵੀ ਤੁਹਾਡੇ ਡਿਊਰਿੰਗ ਸਟੱਡੀਜ਼ ਤੁਹਾਡੇ CPT ਰਾਈਟਸ ਹੁੰਦੇ ਨੇ, OPT ਤੁਹਾਡੇ ਸਟੱਡੀ ਤੋਂ ਬਾਅਦ ਰਾਈਟਸ ਹੁੰਦੇ ਨੇ। ਉਹ ਤਕਰੀਬਨ ਜਿਹੜੇ ਹੁੰਦੇ ਆ 1 ਸਾਲ ਤੁਸੀਂ CPT ਕਰ ਸਕਦੇ ਹੋ ਪੜ੍ਹਾਈ ਦੇ ਦੌਰਾਨ, ਬੋਲ ਲਗੀ ਇੰਟਰਨਸ਼ਿਪ, ਪੇਡ ਇੰਟਰਨਸ਼ਿਪ ਵਾਸਤੇ ਜਾ ਸਕਦੇ ਹੋ, ਬਟ ਰਿਲੇਟਡ ਟੂ ਯੂਰ ਸਟੱਡੀਜ਼। ਉਸ ਤੋਂ ਬਾਅਦ OPT ਅਗਰ STEM ਸਟੂਡੈਂਟਸ ਹੋ ਤਾਂ ਤੁਹਾਨੂੰ 2 ਸਾਲ ਦੀ ਮਿਲਦੀ ਹੈ, ਅਦਰਵਾਈਜ਼ 1 ਸਾਲ ਦੀ ਮਿਲਦੀ ਹੈ। ਉਸ ਤੋਂ ਬਾਅਦ ਅਗਰ ਤੁਹਾਨੂੰ ਕੋਈ ਕੰਪਨੀ ਚੂਜ਼ ਕਰਦੀ ਤੁਹਾਨੂੰ ਵਰਕ ਮਿਲਦਾ ਹੈਗਾ, ਤੁਸੀਂ H1B ਵੱਲ ਵੱਧ ਸਕਦੇ ਹੋ। ਉਸ ਤੋਂ ਬਾਅਦ ਤੁਹਾਡੀ ਸੈਟਲਮੈਂਟ ਵੀ ਹੋ ਸਕਦੀ, ਜਦੋਂ ਦੁਬਾਰਾ ਤੁਹਾਡਾ H1 ਹੁੰਦਾ ਹੈ ਤੁਸੀਂ ਗ੍ਰੀਨ ਕਾਰਡ ਵੱਲ ਵੀ ਜਾ ਸਕਦੇ ਹੋ। ਲੰਬਾ ਸਫ਼ਰ ਹੈ ਯੂਐਸਏ ਦੇ ਵਿੱਚ, ਬਟ ਕਿਤੇ ਨਾ ਕਿਤੇ ਕਈ ਵਾਰ ਬੱਚੇ ਕੀ ਕਰਦੇ ਆ, ਕੈਨੇਡਾ ਦੇ ਵਿੱਚ PR ਈਜ਼ੀ ਹੋਣ ਕਰਕੇ ਯੂਐਸਏ ਦੀ ਪੜ੍ਹਾਈ ਕਰਕੇ ਕੈਨੇਡਾ ਵੱਲ ਨੂੰ ਮੂਵ ਹੋ ਜਾਂਦੇ ਆ, ਉੱਥੋਂ ਦੀ PR ਲੈ ਲੈਂਦੇ ਆ। ਸੋ
ਜਿਹੜੀ ਤੁਹਾਡੀ ਪੜ੍ਹਾਈ ਹੈ ਉਹ ਕੈਨੇਡਾ ਦੇ ਵਿੱਚ ਵੀ ਐਕਸੈਪਟੇਬਲ ਹੈ ਤੁਹਾਡੀ ਪੀਆਰ ਵਾਸਤੇ, ਤੁਸੀਂ ਉੱਥੇ ਦਾ ਵੀ ਰੁਕ ਕਰ ਸਕਦੇ ਹੋ। ਜੇ ਤੁਹਾਨੂੰ ਅੱਛੀ ਜੌਬ USA ਦੇ ਵਿੱਚ ਮਿਲਦੀ ਹੈ ਤਾਂ ਗੋ ਫॉर ਇਟ, ਕਿਉਂਕਿ ਜਿੰਨੀਆਂ ਕੰਪਨੀਆਂ USA ਦੇ ਵਿੱਚ ਐਸਟੈਬਲਿਸ਼ ਨੇ ਉਹ ਕੈਨੇਡਾ ਦੇ ਵਿੱਚ 20% ਵੀ ਜਾਂ 10% ਵੀ ਅਸੀਂ ਕਹੀਏ ਇੰਨੀਆਂ ਕੰਪਨੀਆਂ ਉੱਥੇ ਨਹੀਂ ਮੌਜੂਦ ਅੱਜ ਦੀ ਡੇਟ ਦੇ ਵਿੱਚ। ਓਕੇ ਪਰਮਪ੍ਰੀਤ ਜੀ, ਆਉਣ ਵਾਲੇ ਟਾਈਮ ਦੇ ਵਿੱਚ USA ਦਾ ਕੀ ਟ੍ਰੈਂਡ ਦੇਖ ਰਹੇ ਹੋ ਤੁਸੀਂ? ਦੇਖੋ USA ਦਾ ਟ੍ਰੈਂਡ ਹਮੇਸ਼ਾ ਸਦਾ ਮਾਹਿਰਾਂ ਨਾਲ, ਤਜਰਬੇਕਾਰਾਂ ਨਾਲ ਗੱਲ ਕਰਨ ਦਾ ਸਵਾਦ ਹੀ ਵੱਖਰਾ ਹੁੰਦਾ। ਦੇਖੋ ਮੈਡਮ, USA ਦਾ ਟ੍ਰੈਂਡ ਅਸੀਂ ਇੰਨੇ ਸਾਲਾਂ ਤੋਂ USA ਕਰ ਰਹੇ ਹਾਂ। USA ਜੈਂਟਸ ਫੈਸ਼ਨ ਵਾਂਗੂ ਹੈ ਕਿ ਹਮੇਸ਼ਾ ਉਹੀ ਚੱਲੀ ਜਾ ਰਿਹਾ, ਬਾਕੀ ਟ੍ਰੈਂਡ ਲੇਡੀਜ਼ ਫੈਸ਼ਨ ਵਾਂਗੂ ਬਦਲਦੇ ਰਹਿੰਦੇ ਆ। ਸੋ USA ਹਮੇਸ਼ਾ ਖੁੱਲਾ। ਹਾਂਜੀ, ਹੁਣ ਠੀਕ ਹੈ, ਕਦੇ ਪਲਾਜ਼ੋ ਪੈਂਟ ਤੇ ਕਦੇ ਨੈਰੋ ਪੈਂਟ। ਬਿਲਕੁਲ ਜੀ, ਬਿਲਕੁਲ। ਠੀਕ ਹੈ ਜੀ। ਸਮਾਜ 'ਚ ਕੋਈ ਵੀ ਸਵਾਲ ਹੈ ਜੀ, ਡਿਸਕਸ ਕਰਦੇ ਰਿਹਾ ਕਰੋ, ਦਰਸ਼ਕ ਨਾਲ ਨੇ ਜੀ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ ਜੀ, ਕੀ ਨਾਮ ਹੈ ਮੈਂ ਜੀ? ਮੰਨਤ ਕੌਰ ਗੱਲ ਕਰ ਰਹੀ ਹਾਂ ਕੁਰੂਕਸ਼ੇਤਰ ਤੋਂ। ਮੈਮ ਓਕੇ, ਕੀ ਜਾਣਕਾਰੀ ਚਾਹੁੰਦੇ ਹੋ? ਮੈਮ ਮੇਰਾ ਬਾਇਓਮੈਟ੍ਰਿਕਸ ਵਗੈਰਾ ਸਭ ਕੁਝ ਹੋ ਗਿਆ, ਫਾਈਲ ਰੈਡੀ ਹੈ ਮੈਮ ਤੇ 7 ਸਤੰਬਰ ਤੋਂ ਕਲਾਸਿਸ ਨੇ ਬਟ ਵੀਜ਼ਾ ਨਹੀਂ ਆਇਆ। ਜੀ ਮੈਮ, ਜ਼ਰੂਰ। ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ, ਕੰਸਲਟੈਂਟ ਨੂੰ ਵੀ ਬਾਰ-ਬਾਰ ਪੁੱਛਣ ਦੀ ਲੋੜ ਨਹੀਂ ਹੈਗੀ ਅਗਰ ਵੀਜ਼ਾ ਨਹੀਂ ਆਇਆ ਤੁਹਾਡਾ। ਅਗਰ ਹਾਈ ਕਮਿਸ਼ਨ ਨੂੰ ਵੀ ਪਤਾ ਹੁੰਦਾ, ਲੈਟਸ ਸੇ ਅਗਰ ਤੁਹਾਡੀ ਸਤੰਬਰ ਇਨਟੇਕ ਨਿਕਲ ਜਾਂਦੀ ਹੈ, ਤੁਹਾਡਾ ਵੀਜ਼ਾ ਜਾ ਕੇ ਤੁਹਾਡੀ 7 ਸਤੰਬਰ ਤੋਂ ਬਾਅਦ ਆਂਦਾ, ਅਕਤੂਬਰ ਚ ਆਂਦਾ, ਨਵੰਬਰ ਚ ਆਂਦਾ। ਹਾਈ ਕਮਿਸ਼ਨ ਨੂੰ ਪਤਾ ਕਿ ਜਦੋਂ ਇਹਨਾਂ ਨੇ ਟਰੈਵਲ ਕਰਨਾ, ਇਹਨਾਂ ਨੇ ਆਪਣੀ ਡੈਫਰਲ ਲੈਟਰ ਆਫ ਐਕਸੈਪਟੈਂਸ ਲੈ ਕੇ ਟਰੈਵਲ ਕਰਨਾ ਆ। ਸੋ ਵੀਜ਼ਾ ਲੱਗ ਜਾਂਦਾ, ਉਸ ਤੋਂ ਬਾਅਦ ਤੁਸੀਂ ਨੈਕਸਟ ਇਨਟੇਕ ਦੀ ਲੈਟਰ ਆਫ ਐਕਸੈਪਟੈਂਸ ਲੈ ਕੇ ਟਰੈਵਲ ਕਰ ਸਕਦੇ ਜੀ। ਠੀਕ ਹੈ ਜੀ। ਸੋ ਨਾਲੇ ਥੋੜਾ ਜਿਹਾ ਟਰਮਾ ਰੱਖ ਲਿਆ ਕਰੋ, ਕਿਉਂਕਿ ਇਮੀਗ੍ਰੇਸ਼ਨ ਐਕਸਪਰਟਸ ਕੋਲ ਤੁਹਾਡੇ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਹੁੰਦੇ ਹੈਗੇ। ਹਾਂ, ਕੋਈ ਨਵਾਂ ਰੂਲ ਆਇਆ, ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ, ਫਰੈਸ਼ ਅਪਲਾਈ ਕਰਨਾ ਹੈ, ਰਿਵਿਊਜ਼ ਹੋ ਚੁੱਕੇ ਹੋ, ਸੋ ਉਹਨਾਂ ਸਵਾਲਾਂ ਦੇ ਕੋਈ ਨਾ ਕੋਈ ਹੱਲ ਹੁੰਦੇ ਨੇ। ਅਪਲਾਈ ਹੋ ਗਿਆ, ਕਦੋਂ ਰਿਜ਼ਲਟ ਆਊਗਾ ਇਹ ਕਿਸੇ ਨੂੰ ਨਹੀਂ ਪਤਾ ਹੈਗਾ। ਅੱਛਾ, ਬਜਟ ਜਿਹੜਾ ਆ ਕਿੰਨਾ ਕੁ ਚਾਹੀਦਾ? ਬਹੁਤ ਥੱਬੇ ਭਰ ਕੇ ਬਜਟ ਲੱਗੂਗਾ ਤੇ ਫੰਡ ਕਿੰਨੇ ਕੁ ਚਾਹੀਦੇ ਨੇ? ਤੇ ਇੱਕ ਚੀਜ਼ ਮੈਂ ਤੁਹਾਡੇ ਤੋਂ ਕਲੀਅਰ ਕਰਵਾਉਣਾ ਚਾਹੁੰਦੀ ਆ, ਕਈ ਜਿਹੜੇ ਦਰਸ਼ਕ ਆ ਉਹ ਫੰਡਸ ਨੂੰ ਬਜਟ ਸਮਝ ਲੈਂਦੇ ਨੇ, ਸੋ ਡਿਫਰੈਂਸ ਜਿਹੜਾ ਆ ਕੀ ਹੈਗਾ? ਬਿਲਕੁਲ ਜੀ, ਇੱਥੇ ਮੈਂ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਹਾਂ। ਕਈ ਵਾਰੀ ਬੱਚੇ ਜਿਹੜਾ ਆ ਜਿਹੜੇ ਤੋਂ ਤੁਸੀਂ ਗੱਲ ਕੀਤੀ ਹੈਗੀ ਹੈ, ਬਜਟ ਨੂੰ ਫੰਡਸ ਦੇ ਨਾਲ ਕੰਪੇਅਰ ਕਰ ਲੈਂਦੇ ਨੇ, ਫੰਡਸ ਨੂੰ ਇਨਕਮ ਦੇ ਨਾਲ ਕੰਪੇਅਰ ਕਰ ਲੈਂਦੇ ਨੇ। ਸੋ ਅਗਰ ਅਸੀਂ ਗੱਲ ਕਰੀਏ USA ਦੇ ਵਿੱਚ ਪੜ੍ਹਨ ਦੀ, ਜਿੰਨੀ ਤੁਹਾਡੀ ਫੀਸ ਹੈ, ਜਿੰਨਾ ਤੁਹਾਡਾ ਲਿਵਿੰਗ ਐਕਸਪੈਂਸ ਹੈ, 9 ਮਹੀਨੇ ਦਾ ਇੱਕ ਐਸਟੀਮੇਟ ਹੁੰਦਾ ਆ। ਹਰ ਯੂਨੀਵਰਸਿਟੀ ਕਾਲਜ ਦਾ ਡਿਫਰੈਂਟ ਹੁੰਦਾ, ਕਿਉਂਕਿ ਕਿਸੇ ਯੂਨੀਵਰਸਿਟੀ ਦੀ ਫੀਸ $16,000 ਹੈ, ਕਿਸੇ ਦੀ $8,000 ਹੈ, ਕਿਸੇ ਦੀ $24,000 ਹੈ। ਉਹਦੇ ਅਕੋਰਡਿੰਗਲੀ ਤੁਹਾਡੇ ਜਿਹੜੇ ਫੰਡਸ ਸ਼ੋ ਕਰਨੇ ਜ਼ਰੂਰੀ ਹੁੰਦੇ ਆ। ਨਾਰਮਲੀ ਅਸੀਂ ਬੱਚਿਆਂ ਨੂੰ 25 ਤੋਂ 30 ਲੱਖ ਰੁਪਇਆ ਕਹਿੰਦੇ ਆ ਕਿ ਤੁਸੀਂ ਆਪਣੇ ਜਿਹੜੇ ਫੰਡਸ ਹੈ ਉਹ ਆਪਣੇ USA ਵਾਸਤੇ ਯੂਨੀਵਰਸਿਟੀਜ਼ ਨੂੰ ਪ੍ਰੋਵਾਈਡ ਕਰੋ। ਐਂਡ ਇੱਥੇ ਮੈਂ ਇੱਕ ਗੱਲ ਕਲੀਅਰ ਕਰਦਾ ਕਿ ਇੱਥੇ ਨਵੇਂ ਪੁਰਾਣੇ ਫੰਡਾਂ ਦਾ ਕੋਈ ਰੌਲਾ ਨਹੀਂ ਹੈਗਾ। ਤੁਹਾਡੇ ਅਗਰ ਫੰਡਸ ਇੱਕ ਦਿਨ ਪੁਰਾਣੇ ਵੀ, ਮੈਨੂੰ ਸਿਰਫ ਬੈਲੈਂਸ ਸਰਟੀਫਿਕੇਟ ਦੀ ਲੋੜ ਹੈ, ਜਾਂ ਤੁਸੀਂ ਲੋਨ ਲੈਟਰ, ਅਗਰ ਤੁਹਾਡਾ ਬੈਂਕ ਲੋਨ ਸੈਂਕਸ਼ਨ ਕਰਦਾ, ਲੋਨ ਸੈਂਕਸ਼ਨ ਅਗਰ ਹੁੰਦਾ ਆ ਤਾਂ ਤੁਹਾਡੇ ਵੀਜ਼ੇ ਦਾ ਸਕਸੈਸ ਰੇਟ ਹੋਰ 5-7% ਵੱਧ ਜਾਂਦਾ। ਬਿਕੋਜ਼ ਜਦੋਂ ਵੀਜ਼ਾ ਆਫਿਸਰ ਇਹ ਅਸੈਸ ਕਰਦਾ ਕਿ ਅਗਰ ਇਹਨਾਂ ਨੂੰ ਲੋਨ ਮਿਲਿਆ, ਇਸ ਬੱਚੇ ਦੇ ਪੇਰੈਂਟਸ ਨੂੰ ਲੋਨ ਮਿਲਿਆ, ਉਹਨਾਂ ਦੇ ਪੱਲੇ ਕੁਝ ਹੋਏਗਾ, ਉਹਨਾਂ ਦੀ ਇਨਕਮ ਅੱਛੀ ਹੋਏਗੀ, ਕਿਉਂਕਿ ਬੈਂਕ ਨੇ ਵੀ ਕੁਝ ਚੈੱਕ ਕਰਕੇ ਇਹਨਾਂ ਨੂੰ ਲੋਨ ਸੈਂਕਸ਼ਨ ਕੀਤਾ ਹੈ। ਠੀਕ ਹੈ, ਕਿਤੇ ਨਾ ਕਿਤੇ ਵੀਜ਼ਾ ਸਕਸੈਸ ਰੇਟ ਹੋਰ ਉੱਪਰ ਚੱਲਦਾ। ਠੀਕ ਹੈ ਜੀ। ਸੋ ਮੰਚ ਕੋਈ ਵੀ ਸਵਾਲ ਹੁੰਦੇ ਨੇ ਜੋ ਡਿਸਕਸ ਕਰਦੇ ਰਿਹਾ ਕਰੋ। ਦਰਸ਼ਕਾਂ ਦੀ ਕਤਾਰ ਕਾਫੀ ਲੰਬੀ ਲੱਗੀ ਹੈ, ਸਾਰੀਆਂ ਕਾਲਸ ਨਹੀਂ ਚੁੱਕ ਪਾਵਾਂਗੇ, ਸੋ ਸੁਨੇਹਾ ਰਲਵਾ ਜਿਹਾ ਸਾਂਝਾ ਕਰ ਦੋ ਸਾਰਿਆਂ ਦੇ ਨਾਲ। ਜਿਹੜੇ ਰਿਫਿਊਜ਼ ਹੋਏ ਆ ਉਹਨਾਂ ਨੂੰ ਨਹੀਂ ਭੁੱਲਣਾ ਹੈਗਾ ਅਸੀਂ। ਦੇਖੋ, ਮੈਂ ਹਮੇਸ਼ਾ ਉਹਨਾਂ ਦੀ, ਮੈਂ ਕੱਲ ਇੱਕ ਮੇਰੇ ਜਿਹੜੇ ਬੱਚੇ ਪਿਛਲੇ ਕੁਝ ਦਿਨਾਂ ਦੇ ਵਿੱਚ USA ਦੀ ਐਮਬੈਸੀ ਤੋਂ ਰਿਫਿਊਜ਼ ਹੋਏ ਆ, ਉਹਨਾਂ ਲਈ ਕੱਲ ਇੱਕ ਮੈਂ ਵੈਬੀਨਾਰ ਰੱਖਿਆ ਆ 3 ਵਜੇ, ਉਹਨਾਂ ਨੂੰ ਸਪੋਰਟ ਕਰਨ ਲਈ, ਉਹਨਾਂ ਨੂੰ ਹੌਸਲਾ ਦੇਣ ਲਈ ਕਿ ਇਹ ਰਿਫਿਊਜ਼ਲ ਦਾ ਇਹ ਮਤਲਬ ਨਹੀਂ ਕਿ ਤੁਹਾਡੇ ਲਈ ਦਰਵਾਜ਼ਾ USA ਦਾ ਬੰਦ ਹੋ ਗਿਆ ਆ। ਤੁਸੀਂ ਦੁਬਾਰਾ ਜਾ ਸਕਦੇ ਹੋ। USA ਇੱਕ ਅਜਿਹੀ ਐਮਬੈਸੀ ਹੈ ਜਿੱਥੇ ਤੁਸੀਂ ਸਿਰਫ ਜਿਹੜੀ ਐਮਬੈਸੀ ਫੀਸ ਹੈ 12,000 ਸਮਥਿੰਗ ਖਰਚ ਕੇ ਤੇ ਦਿੱਲੀ ਦਾ ਆਉਣ ਜਾਣ ਦਾ ਖਰਚਾ ਖਰਚ ਕੇ ਤੇ ਤੁਸੀਂ ਆਪਾਂ ਰੀਅਪੀਅਰ ਹੋ ਸਕਦੇ ਆ। ਅਸੀਂ ਤੁਹਾਡੇ ਲਈ ਜਦੋਂ ਕੋਈ ਵੀ ਸਟੂਡੈਂਟ ਸਾਡੇ ਕੋਲ ਅਪਲਾਈ ਕਰਦਾ, ਉਸ ਨੂੰ 1 ਸਾਲ ਉਹਦੇ ਨਾਲ ਖੜੇ ਹੁੰਦੇ ਆ ਘੱਟੋ ਘੱਟ ਵੀ, ਠੀਕ ਹੈ, ਉਸ ਤੋਂ ਬਾਅਦ ਵੀ ਖੜੇ ਹੁੰਦੇ। ਕੋਵਿਡ ਦੀ ਸਿਚੁਏਸ਼ਨ 'ਚ ਸਾਨੂੰ ਲੰਬਾ ਵੀ ਖੜਨਾ ਪੈਂਦਾ ਬੱਚਿਆਂ ਦੇ ਨਾਲ, ਕਿਉਂਕਿ ਲਾਕਡਾਊਨ ਸੀ, ਕਾਫੀ ਕੁਝ ਹੋਇਆ। ਅਸੀਂ ਉਹਨੂੰ ਹਮੇਸ਼ਾ ਸਪੋਰਟ ਕਰਦੇ ਆ, ਕਦੀ ਇਦਾਂ ਨਹੀਂ ਹੁੰਦਾ ਕਿ ਅਸੀਂ ਕਿਸੇ ਬੱਚੇ ਨੂੰ ਇਗਨੋਰ ਕਰੀਏ। ਕਲਾਇੰਟ ਸੈਟੀਸਫੈਕਸ਼ਨ ਜਿਹੜੀ ਹੈ ਉਹ ਮੇਰਾ ਮੇਨ ਮੋਟੋ ਹੈ ਕਿ ਮੇਰਾ ਅਗਰ ਕਲਾਇੰਟ, ਮੇਰਾ ਜਿਹੜਾ ਬੱਚਾ ਮੇਰੇ ਕੋਲ ਆ ਰਿਹਾ ਹੈਗਾ ਆ, ਉਹਦੇ ਚਿਹਰੇ ਤੇ ਖੁਸ਼ੀ ਮੈਂ ਦੇਖਣਾ ਚਾਹੁੰਦਾ ਜਾਂ ਮੈਂ ਉਦਾਸੀ ਨਹੀਂ ਦੇਖਣਾ ਚਾਹੁੰਦਾ। ਮੈਂ ਉਹਦੇ ਨਾਲ ਖੜਾ ਆ। ਅਸੀਂ ਕੋਈ ਵੀ ਨਿੱਕਾ ਪੈਸਾ ਚਾਰਜ ਨਵਾਂ ਨਹੀਂ ਕਰਦੇ ਜਦ ਤੱਕ ਉਹਦਾ ਵੀਜ਼ਾ ਨਹੀਂ ਆ ਜਾਂਦਾ। ਉਹਦੀਆਂ ਚਾਹੇ ਦੁਬਾਰਾ I-20s ਮੰਗਵਾਉਣੀਆਂ ਪੈਣ, ਸੈਵਿਸ ਫੀਸ ਵੀ 1 ਸਾਲ ਲਈ ਵੈਲਿਡ ਹੁੰਦੀ ਹੈ। ਸਿਰਫ ਉਹਦਾ ਜਿਹੜਾ ਐਮਬੈਸੀ ਫੀਸ ਖਰਚ ਕੇ ਐਂਡ ਜਿਹੜਾ ਉਹਦਾ ਖਰਚਾ, ਚਾਹੇ ਉਹ ਦਿੱਲੀ ਅਪੀਅਰ ਹੋ ਰਿਹਾ, ਕਲਕੱਤੇ ਅਪੀਅਰ ਹੋ ਰਿਹਾ, ਉਹ ਖਰਚ ਕੇ ਉਹ ਦੁਬਾਰਾ ਅਪੀਅਰ ਹੋ ਸਕਦਾ। ਬਹੁਤ ਸਾਰੇ ਬੱਚੇ ਅੱਜ ਦੀ ਡੇਟ ਦੇ ਵਿੱਚ ਅਸੀਂ ਜਦੋਂ ਰਿਵਿਊਜ਼ ਪੜ੍ਹਦੇ ਹਾਂ, ਸਾਡੇ ਨਹੀਂ ਮਤਲਬ ਕਿ ਕਾਫੀ ਬੱਚੇ ਤੀਜੀ ਚੌਥੀ ਵਾਰ ਚ ਵੀਜ਼ਾ ਲੈ ਕੇ ਆ ਰਹੇ ਨੇ। ਇੱਥੋਂ ਤੱਕ ਕਿ ਪਿਛਲੇ ਹਫਤੇ ਇੱਕ ਵੀਜ਼ਾ ਬੱਚੇ ਦਾ ਜਿਹੜਾ ਸਾਡੇ ਕੋਲ ਨਹੀਂ ਸੀਗਾ, ਕਿਸੇ ਕੰਸਲਟੈਂਟ ਦਾ ਸੀਗਾ, 8ਵੀਂ ਵਾਰ ਵੀਜ਼ਾ ਲੈ ਕੇ ਆਇਆ। 7 ਵਾਰੀ ਰਿਫਿਊਜ਼, 8 ਵਾਰੀ ਵੀਜ਼ਾ। ਕਿਤੇ ਵੀ ਜੰਗ
ਇਹ ਨਾ ਸੋਚੋ ਕਿ ਅਸੀਂ ਜੰਗ ਹਾਰ ਗਏ, ਜੇ ਵੀਜ਼ਾ ਰਿਫਿਊਜ਼ ਹੋ ਗਿਆ, ਉਹ ਜੰਗ ਜਾਰੀ ਹੈ, ਆਪਾਂ ਜਿੱਤਾਂਗੇ ਜ਼ਰੂਰ। ਬਿਲਕੁਲ, ਮੁਰਝਾਇਆ ਨਾ ਕਰੋ, ਮਾਯੂਸ ਨਾ ਹੋਇਆ ਕਰੋ, ਹੱਲ ਲੱਭਿਆ ਕਰੋ, ਅਗਲੀ ਪੌੜੀ ਲੱਭਿਆ ਕਰੋ। ਇੱਕ ਚੰਗਾ ਸੈਨਾਪਤੀ ਹੀ ਤੁਹਾਨੂੰ ਜੰਗ ਜਿਤਾ ਸਕਦਾ, ਇਹ ਵੀ ਯਾਦ ਰੱਖਿਓ। ਬਿਲਕੁਲ ਬਿਲਕੁਲ ਜੀ। ਸੋ ਵਿਦੇਸ਼ ਜਾਣ ਵਾਸਤੇ ਕੰਸਲਟੈਂਟ ਦੀ ਚੋਣ ਕਰਨ ਵਾਸਤੇ ਨੰਬਰ ਸਕਰੀਨ ਦੇ ਉੱਤੇ ਲਗਾਤਾਰ ਡਿਸਪਲੇ ਹੋ ਰਿਹਾ, ਤੁਸੀਂ ਸੰਪਰਕ ਕਰ ਸਕਦੇ ਹੋ ਜੀ। ਜਾਣਕਾਰੀ ਸਾਂਝੀ ਕਰਨ ਲਈ ਸਮਾਂ ਦੇਣ ਲਈ ਰਜੇ ਵਿੱਚੋਂ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਸਾਡੇ ਜਿਹੜੇ ਦਰਸ਼ਕ ਨੇ ਜੀ, ਟਾਈਮ ਬਹੁਤ ਘੱਟ ਹੁੰਦਾ ਹੈ ਤੇ ਕਤਾਰ ਬਹੁਤ ਲੰਬੀ ਹੁੰਦੀ ਹੈ, ਇਸ ਕਰਕੇ ਪਲੀਜ਼ ਸ਼ੋਅ ਤੋਂ ਬਾਅਦ ਕਾਲ ਕਰ ਲਿਓ, ਕੱਲ ਨੂੰ ਕਰ ਲਿਓ, ਪਰਸੋਂ ਨੂੰ ਕਰ ਲਿਓ, ਜਦੋਂ ਦਿਲ ਕਰੇ ਉਦੋਂ ਕਰ ਲਿਓ, ਤੇ ਜੋ ਵੀ ਤੁਹਾਡਾ ਸਵਾਲ ਹੈ ਡਿਸਕਸ ਕਰ ਲਿਓ। ਬੈਂਚਮਾਰਕ ਅਬਰੋਡ ਦੀ ਟੀਮ ਵੱਲੋਂ ਜੋ ਵੀ ਬਣਦੀ ਸਹੀ ਜਾਣਕਾਰੀ ਹੈ ਤੁਹਾਡੇ ਨਾਲ ਜ਼ਰੂਰ ਸਾਂਝੀ ਕੀਤੀ ਜਾਊਗੀ। ਰੱਖੋ ਧਿਆਨ, ਕੱਲ ਫਿਰ ਮਿਲਾਂਗੇ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ।